ਗੁਰੂ ਨਾਨਕ ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਓ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਸ਼੍ਰੀ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਧਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਤਰੋਂ ਤਰਾ ਧਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਵਾਹਿਗੁਰੂ ਸਾਹਿਬ ਜੀ। ਦੀਰਘ ਨਰ ਜਿਉ ਬਿਗਸ ਮਿਲੇ ਹੈ, ਤਿਉ ਇਨ ਕੀਨੇ ਸ਼ਬਦ ਭਲੇ ਹੈ। ਸੁਭ ਲਛਨ ਸੁਭ ਅੰਗਨ ਮਾਹੀ, ਆਨ ਨਰਨ ਜਿਉ ਨਰ ਇਹ ਨਾਹੀ। ਦੀਰਘ ਨਰ ਜਿਉ ਬਿਗਸ ਮਿਲੇ ਹੈ, ਤਿਉ ਇਨ ਕੀਨੇ ਸ਼ਬਦ ਭਲੇ ਹੈ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਅਜ਼ਮਤ ਬਖਸ਼ਿਸ਼ ਢਲਦੀ ਸ਼ਾਮ ਅਸੀਂ ਸਤਸੰਗੀ ਬਣ ਰਹੇ ਹਾਂ। ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਦੀ ਚੌਂਕੀ ਸੰਪੂਰਨ ਹੋਈ। ਹੁਣ ਸਮਾਂ ਲੜੀਵਾਰ ਜੋ ਗੁਰਪ੍ਰਤਾਪ ਸੂਰਜ ਰਚਨਾ ਵਿਚਾਰੀ ਜਾਂਦੀ ਹੈ, ਉਸ ਨਾਲ ਸਾਂਝ ਪਾਉਣ ਦਾ ਹੈ। ਇਸ ਰਚਨਾ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਪ੍ਰਸੰਗ ਦੀ ਪ੍ਰਾਰੰਭਤਾ ਹੋਈ ਹੈ। ਮਹਾਰਾਜ 1469 1526 ਸੰਮਤ ਦੇ ਵਿੱਚ ਤਲਵੰਡੀ ਗਿਰਾਂ ਵਿਖੇ ਮਾਂ ਤ੍ਰਿਪਤਾ ਦੀ ਕੁੱਖ ਤੋਂ ਜਨਮ ਧਾਰਨ ਕਰਦੇ ਨੇ। ਉਸ ਸਮੇਂ ਦੇ ਹਾਲਾਤ, ਉਹਨਾਂ ਦੇ ਜਨਮ ਦੇ ਸਮੇਂ ਦੀ ਸਾਰੀ ਵਾਰਤਾ ਕਵੀ ਜੀ ਕਾਵ ਛੰਦਾਂ ਦੇ ਵਿੱਚ, ਕਾਵ ਬੰਦਾਂ ਦੇ ਵਿੱਚ ਉਸ ਰੂਪ ਦੇ ਅੰਦਰ ਸਾਡੇ ਸਾਹਮਣੇ ਪ੍ਰੈਜੈਂਟੇਸ਼ਨ ਦੇ ਰੂਪ ਵਿੱਚ ਲਿਆ ਰਹੇ ਨੇ, ਜਿਹਦੇ 'ਚ ਤਵਾਰੀਖ ਹੈ, ਕੁਝ ਸਿੱਖ ਸ਼ਰਧਾ ਹੈ, ਕੁਝ ਤਵਾਰੀਖੀ ਪ੍ਰਸੰਗ ਦੀ ਵਿਆਖਿਆ ਹੈ। ਸੋ ਸਾਰੇ ਨਾਲ ਅਸੀਂ ਸਾਂਝ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਲਗਾਤਾਰਤਾ ਨਾਲ ਇਸ ਰਚਨਾ ਨੂੰ ਵਿਚਾਰਦਿਆਂ ਹੋਇਆਂ ਅਸੀਂ ਦੇਖਿਆ ਕਿ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਉਪਰੰਤ ਬਾਬਾ ਕਾਲੂ ਜੀ ਨੇ ਆਪਣੇ ਘਰ ਦੇ ਨੌਕਰ ਨੂੰ, ਸੇਵਕ ਨੂੰ ਪੰਡਿਤ ਹਰਦਿਆਲ ਨੂੰ ਬੁਲਾਉਣ ਵਾਸਤੇ ਭੇਜਿਆ। ਪੰਡਿਤ ਹਰਦਿਆਲ ਬਾਬਾ ਕਾਲੂ ਜੀ ਦੇ ਕੋਲ ਆਇਆ। ਆ ਕੇ ਦਾਈ ਦੌਲਤਾਂ ਤੋਂ ਸਾਰੀ ਉਸਨੇ ਪੁੱਛ ਪੜਤਾਲ ਕੀਤੀ। ਉਪਰੰਤ ਦਾਈ ਦੌਲਤਾਂ ਤੋਂ ਪੁੱਛਦਾ ਹੈ ਉਹ ਕਿ ਆਖਰਕਾਰ ਇਹ ਜੋ ਬੱਚਾ ਕਿਸ ਤਰੀਕੇ ਦਾ ਸ਼ਬਦ ਲੈ ਕੇ ਆਇਆ ਹੈ, ਕਿਸ ਕਿਸਮ ਦੀ ਬਾਤ ਇਸ ਬੱਚੇ ਦੀ ਆਭਾ ਦੇ ਨਾਲ ਮੰਡਿਤ ਹੋ ਰਹੀ ਹੈ। ਸੋ ਇਸ ਪ੍ਰਸੰਗ ਤੱਕ ਅਸੀਂ ਪਹੁੰਚੇ ਸੀ। ਅੱਜ ਇਸ ਤੋਂ ਅੱਗੇ ਅਸੀਂ ਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਤਨੇ ਕੁ ਜੀ ਹਾਜ਼ਰੀਨ ਹੋ, ਮਨ ਬਿਰਤੀਆਂ ਨੂੰ ਇਕਾਗਰ ਕਰੋ ਤਾਂ ਕਿ ਵਿਚਾਰ ਦਾ ਆਗਾਜ਼ ਕਰ ਸਕੀਏ। ਸਭ ਪ੍ਰੇਮ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਦੀਰਘ ਨਰ ਜਿਉ ਬਿਗਸ ਮਿਲੇ ਹੈ, ਤਿਉ ਇਨ ਕੀਨੇ ਸ਼ਬਦ ਭਲੇ ਹੈ। ਕਵੀ ਜੀ
ਪੁੱਛਦੇ ਨੇ ਦਾਈ ਦੌਲਤਾਂ ਨੂੰ ਕਿ ਇਹ ਬੱਚਾ ਜਨਮ ਦੇ ਸਮੇਂ ਕਿਹੜਾ ਸ਼ਬਦ ਨਾਲ ਲੈ ਕੇ ਆਇਆ ਹੈ। ਸੋ ਇੱਥੇ ਅਹਿਸਾਸ ਕੀਤਾ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਅਸਲ ਵਿੱਚ ਸਧਾਰਨ ਘਟਨਾ ਨਹੀਂ, ਇਹ ਸ਼ਬਦ ਦੀ ਆਮਦ ਹੈ, ਸ਼ਬਦ ਦਾ ਪ੍ਰਕਾਸ਼ ਹੈ। ਜਦੋਂ ਅਸੀਂ ਲਿਟਰੇਚਰ ਪੜ੍ਹਦੇ ਹਾਂ, ਵੱਖਰੇ ਵੱਖਰੇ ਰਿਸੋਰਸਿਸ ਪੜ੍ਹਦੇ ਹਾਂ, ਚੀਜ਼ਾਂ ਨੂੰ ਸਾਰੀਆਂ ਨੂੰ ਇਕੱਠੀਆਂ ਨੂੰ ਪਾ ਕੇ ਦੇਖਦੇ ਹਾਂ, ਅਤੇ ਪਜ਼ਲ ਸੋਲਵ ਹੁੰਦੀ ਸਾਨੂੰ ਨਜ਼ਰ ਪੈਂਦੀ ਹੈ। ਯੂਰਪ ਦੇ ਵਿੱਚ ਇੱਕ ਵੱਡੀ ਡਿਬੇਟ ਰਹੀ ਹੈ ਕਈ ਸਾਲ ਇਸ ਰੂਪ ਦੇ ਵਿੱਚ ਕਿ ਜਿਹਨੂੰ ਅਸੀਂ ਮਾਡਰਨ ਐਰਾ ਕਹਿੰਦੇ ਹਾਂ, ਆਧੁਨਿਕ ਕਾਲ, ਨਵਾਂ ਜ਼ਮਾਨਾ, ਇਹਦੀ ਜਿਹੜੀ ਲਾਈਨ ਆ ਕਿੱਥੋਂ ਮੰਨੀ ਜਾਏ, ਵੀ ਵੇਅਰ ਵੀ ਕੈਨ ਐਕਚੁਅਲੀ ਪੁੱਟ ਦ ਲਾਈਨ, ਜਾਂ ਨਿਊ ਐਰਾ ਇਜ਼ ਸਟਾਰਟਿੰਗ ਫਰੋਮ ਦਿਸ ਸਪੈਸੀਫਿਕ ਲਾਈਨ। ਸੋ ਦੇ ਹੈਵ ਸੋ ਮੈਨੀ ਡਿਫਰੈਂਟ ਕਾਈਂਡ ਆਫ ਯੂ ਕੈਨ ਸੇ ਵਿਊਜ਼। ਕਿਸੇ ਨੇ ਕਿਹਾ ਜਦੋਂ ਇੰਡਸਟਰੀਲਾਈਜੇਸ਼ਨ ਹੋਈ, ਸ਼ੁਰੂ ਹੋਈ, ਉਸ ਨੂੰ ਮੰਨ ਲਿਆ ਜਾਏ। ਕਿਸੇ ਨੇ ਕਿਹਾ ਜਦੋਂ ਕਲੋਨੀਅਲ ਪਾਵਰਸ ਹੋਂਦ ਵਿੱਚ ਆਈਆਂ, ਉਸ ਕਿਸਮ ਦੀ ਜਿਹੜੀ ਸਟਰਗਲ ਸ਼ੁਰੂ ਹੋਈ, ਉਸ ਰੂਪ ਵਿੱਚ ਮੰਨ ਲਿਆ ਜਾਏ। ਕਿਸੇ ਨੇ ਕਿਹਾ ਨਹੀਂ, ਜਦੋਂ ਕੁਝ ਨਵੀਂ ਇਨਵੈਂਸ਼ਨ ਆਈ, ਖਾਸ ਕਰਕੇ ਜਿਹਨੂੰ ਅਸੀਂ ਕੰਪਸ ਕਹਿੰਦੇ ਹਾਂ, ਜਿਹਦੇ ਨਾਲ ਸਾਡੀ ਜਿਹੜੀ ਗਲੋਬਲ ਮੂਵਮੈਂਟ ਹੈ ਉਹ ਸ਼ੁਰੂ ਹੁੰਦੀ ਹੈ, ਉਸ ਨੂੰ ਮੰਨ ਲਿਆ ਜਾਏ। ਅਖੀਰ ਕਰਦਿਆਂ ਮੋਸਟਲੀ ਜਿਹੜੇ ਯੂਰਪੀਅਨ ਸਕਾਲਰਸ ਨੇ ਉਹ ਇਸ ਗੱਲ 'ਤੇ ਆਏ ਕਿ ਨਹੀਂ, ਮਾਡਰਨ ਐਰਾ ਉੱਥੋਂ ਮੰਨਿਆ ਜਾਏ ਜਦੋਂ ਬੰਦੇ ਵਾਸਤੇ ਲਿਟਰਸੀ ਦੀ ਵੈਲਿਊ ਬਣੀ ਹੈ, ਕਿਉਂਕਿ ਜਿਹੜੀ ਲਿਟਰਸੀ ਹੈ ਬਾਕੀ ਸਭ ਕੁਝ ਇਸੇ ਨੇ ਇਗਨਾਈਟ ਕੀਤਾ ਹੈ, ਇਸੇ ਨੇ ਉਹਦੇ 'ਚ ਇਜ਼ਾਫੇਦਾਰੀ ਲੈ ਕੇ ਆਉਂਦੀ ਹੈ। ਸੋ ਜਦੋਂ ਇਸ ਲੈਵਲ 'ਤੇ ਅਸੀਂ ਆ ਜਾਈਏ ਤੇ ਫਿਰ ਆਪ ਅਹਿਸਾਸ ਕਰੋ ਕਿ ਕਦੋਂ ਤੋਂ ਮੰਨਿਆ ਜਾਏ। ਇੱਥੇ ਸ਼ਬਦ ਦੀ ਗੱਲ ਹੋ ਰਹੀ ਹੈ 15ਵੀਂ ਸਦੀ ਦੀ ਘਟਨਾ ਦੇ ਨਾਲ। ਜੇ ਆਪਾਂ ਆਪਣੇ ਘਰ ਵਿੱਚ ਦੇਖਦੇ ਹਾਂ ਤੇ ਬਾਬਾ ਫਰੀਦ ਜੀ ਦੀ ਇੱਕ ਪਿਕਚਰ ਹੈ, ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਦੀ ਪੋਰਟਰੇਟ ਕੀਤੀ ਪੇਂਟਿੰਗ, ਆਪਨੇ ਕਿਤੇ ਜ਼ਰੂਰ ਦੇਖੀ ਹੋਈ ਸ਼ਾਇਦ। ਉਹਦੇ 'ਚ ਹੈ ਕਿ ਉਹਨਾਂ ਦਾ ਬਹੁਤ ਬਿਰਧ ਸਰੀਰ ਬਣਾਇਆ ਗਿਆ, ਵੈਰੀ ਏਜਡ ਬਾਡੀ ਉਹਨਾਂ ਦੀ, ਸੁੱਕਾ ਜਿਹਾ ਦਰਖਤ ਐਵੇਂ ਬਣਾਇਆ, ਉਹਦੇ ਉੱਤੇ ਕਾਂ ਬਿਠਾਇਆ ਹੈ, ਕੁੱਜਾ ਰੱਖਿਆ ਕੋਲ, ਅਤੇ ਉਸ ਸਾਰੇ ਦੇ ਵਿੱਚ ਕਈ ਵਾਰੀ ਉੱਤੇ ਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਜਾਂਦੀਆਂ ਨੇ ਵੀ ਇਹ ਦੋਏ ਨੈਣਾ ਮੱਥ ਛੂਹੋ ਫਿਰ ਦੇਖਣ ਕੀ ਆਸ, ਬਾਬਾ ਜੀ ਦਾ ਸ਼ਲੋਕ ਲਿਖ ਦਿੱਤਾ ਜਾਂਦਾ। ਉਹ ਸਾਰੀ ਪਿਕਚਰ ਨੂੰ ਤੁਸੀਂ ਧਿਆਨ ਨਾਲ ਦੇਖੋ, ਉਹਦੇ ਜਿਹੜੀ ਸਭ ਤੋਂ ਨੋਟਿਸੇਬਲ ਚੀਜ਼ ਆ, ਜਿਹੜੀ ਵਾਕਿਆ ਜਿਹਦੇ ਵਾਸਤੇ ਸਾਰੀ ਤਸਵੀਰ ਬਣੀ ਹੈ, ਉਹ ਪਤਾ ਕੀ ਹੈ? ਬਾਬਾ ਫਰੀਦ ਜੀ ਦੀ ਖੱਬੀ ਬਾਂਹ ਦੇ ਥੱਲੇ ਖੁੱਲੀ ਹੋਈ ਪੋਥੀ ਪਈ ਹੈ। ਇਹਦਾ ਪਤਾ ਲੱਗਦਾ ਹੈ ਇਹ 11ਵੀਂ ਸਦੀ ਹੈ ਬਾਬਾ ਫਰੀਦ ਜੀ ਦੀ। ਇਹ ਦੱਸ ਰਿਹਾ ਹੈ ਕਿ ਮਾਡਰਨ ਐਰਾ ਇਹ ਹੋਣਾ ਹੈ ਜਦੋਂ ਲਿਟਰਸੀ, ਤੇ ਲਿਟਰਸੀ ਵੀ ਸਪਿਰਿਚੁਅਲ ਲੈਵਲ 'ਤੇ, ਬੰਦਾ ਸੰਸਾਰਿਕ ਪੱਧਰ 'ਤੇ ਅਸੀਂ ਸਾਰੇ ਪੜ੍ਹਾਈ ਲਿਖਾਈ ਦੀ ਵੈਲਿਊ ਨੂੰ ਕਾਫੀ ਸਮਝਦੇ ਹਾਂ। ਅਸੀਂ ਕਹਿੰਦੇ ਹਾਂ ਨਹੀਂ ਪੜ੍ਹਾਈ ਲਿਖਾਈ ਚਾਹੀਦੀ ਹੈ, ਸ਼ਬਦ ਅਸੀਂ ਥੋੜ੍ਹਾ ਵੈਲਿਊ ਕਰਦੇ ਹਾਂ ਉਸ ਨੂੰ। ਇਸੇ ਕਰਕੇ ਤਾਲੀਮ ਆਫਤਾ ਹੋਣ ਵਾਸਤੇ, ਤਾਲੀਮ ਵਾਸਤੇ ਅਗਰਸਰ ਹੋਣ ਲਈ ਲੋਕ ਜ਼ੋਰ ਲਾਉਂਦੇ ਨੇ। ਪਰ ਆਪ ਦੇਖੋ ਜਦੋਂ ਸ਼ਬਦ ਦੀ ਗੱਲ ਸਪਿਰਿਚੁਅਲ ਸਾਈਡ 'ਤੇ ਕੀਤੀ ਜਾਂਦੀ ਹੈ, ਅਜੇ ਵੀ ਲੋਕ ਕਹਿੰਦੇ ਨਹੀਂ ਸਪਿਰਿਚੁਅਲਿਟੀ ਜਿਹੜੀ ਹੈ ਇਹ ਤਾਂ ਆਪੋ ਆਪਣੇ ਬਲੀਵ ਦੇ ਵਿੱਚੋਂ ਆ ਜਾਂਦੀ ਹੈ। ਅਤੇ ਉਹ ਭਲਿਓ ਜੇ ਬੰਦੇ ਨੂੰ ਕੁਝ ਗਿਆਨ ਹੀ ਨਹੀਂ, ਸਮਝ ਹੀ ਨਹੀਂ, ਸੋਝੀ ਹੀ ਨਹੀਂ, ਉਹ ਕਿੱਥੋਂ ਆਏਗੀ? ਸ਼ਬਦ ਦੇ ਜ਼ਰੀਏ। ਅਤੇ ਸ਼ਬਦ ਤੁਹਾਨੂੰ ਇੰਟਰਨਲ ਸਾਈਡ ਤੋਂ ਸੁਰਤਿਆਬ ਕਰਦਾ ਹੈ, ਤੁਹਾਨੂੰ ਅਵੇਕਨ ਕਰਦਾ ਹੈ, ਉਹਦੀ ਬਾਤ ਹੁੰਦੀ ਹੈ। ਸੋ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਦੇ ਨਾਲ ਹੀ ਸ਼ਬਦ ਦੀ ਗੱਲ ਵੱਡੇ ਪੱਧਰ 'ਤੇ ਤੁਰ ਪਈ ਹੈ। ਇੱਥੇ ਕਵੀ ਸੰਤੋਖ ਸਿੰਘ ਚੂੜਾਮਣੀ ਲਿਖਦੇ, ਭਾਈ ਬਾਲਾ ਜੀ ਬਿਆਨ ਕਰਦੇ, ਜਦੋਂ ਪਾਂਧਾ ਹਰਦਿਆਲ ਦਾਈ ਦੌਲਤਾਂ ਨੂੰ ਬੁਲਾਉਂਦਾ ਆ ਤੇ ਪੁੱਛਦਾ ਆ ਕਿਹੜਾ ਸ਼ਬਦ ਲੈ ਕੇ ਆਇਆ ਬਾਲਕੇ ਨਾਲ, ਤੇ ਉਹ ਬਿਆਨ ਕਰਦੀ ਹੈ ਕਿ ਬੜੇ ਕਮਾਲ ਦੀ ਇਹ ਚੀਜ਼ ਹੋਈ, ਇਹਦੀ ਆਮਦ ਵਾਕਿਆ 'ਚ ਕਿਸੇ ਵੱਡੀ ਆਭਾ ਨੂੰ ਮੰਡਿਤ ਕਰ ਰਹੀ ਹੈ। ਇਹਦਾ ਆਉਣਾ ਮੈਨੂੰ ਇਸ ਰੂਪ ਵਿੱਚ ਹੱਥਾਂ ਦੇ ਵਿੱਚ ਲੈਣਾ ਹੋਇਆ ਜਿਵੇਂ ਕੋਈ ਬਹੁਤ ਬਜ਼ੁਰਗ ਹਸਤੀ ਨੂੰ ਮੇਰੀ ਮੁਲਾਕਾਤ ਹੋ ਰਹੀ ਹੋਏ, ਜਿਹੜੀ ਮੈਨੂੰ ਜੀਵਨ ਦੇ ਕਈ ਪੜਾਵਾਂ ਤੋਂ, ਜਨਮਾਂ ਜਨਮਾਂਤਰਾਂ ਤੋਂ ਜਾਣਦੀ ਹੋਏ। ਕਿਆ ਦੀਰਘ ਨਰਜਿਓ ਬਿਗਸ ਮਿਲੇ ਹੈ, ਤਿਉਂ ਇਨ ਕੀਨੇ ਸ਼ਬਦ ਭਲੇ ਹੈ। ਇਹਨੇ ਭਲੇ ਸ਼ਬਦ ਕੀਤੇ ਨੇ, ਤੇ ਭਲੇ ਸ਼ਬਦ ਬੀਤੇ ਕੱਲ ਬੜੀ ਡਿਟੇਲਡ ਗੱਲ ਹੋਈ ਸੀ, ਮੈਨੂੰ ਯਾਦ ਆ ਗਿਆ ਕਿ ਅਸੀਂ ਸ਼ਬਦ ਦੇ ਉੱਤੇ ਭਲੇ ਤੇ ਬੁਰੇ ਦੀ ਗੱਲ ਕੀਤੀ ਸੀਗੀ। ਸ਼ਬਦ ਹੀ ਹੈ ਜਿਹੜਾ ਕਿਸੇ ਨੂੰ ਬੁਰਾ ਕਰਨ ਲਈ ਪ੍ਰੇਰਦਾ ਹੈ। ਸ਼ਬਦ ਮੀਨ ਉਹ ਅੱਖਰ, ਉਹ ਗਿਆਨ, ਉਹ ਲਫ਼ਜ਼, ਉਹ ਅਲਫਾਜ਼, ਤੇ ਸ਼ਬਦ ਹੀ ਨੇ, ਲਫ਼ਜ਼ ਹੀ ਨੇ, ਅਲਫਾਜ਼ ਹੀ ਨੇ ਜਿਹੜੇ ਕਿਸੇ ਨੂੰ ਸੱਚ ਵਾਲੇ ਪਾਸੇ ਪ੍ਰੇਰ ਦਿੰਦੇ ਨੇ। ਸੋ ਇਹ ਬੱਚਾ ਆਮ ਬੱਚਾ ਨਹੀਂ ਗਾ, ਇਹ ਭਲੇ ਸ਼ਬਦ ਦੀ ਆਮਦ ਵਾਲਾ ਬੱਚਾ ਹੈ ਜੀ। ਸੁਭ ਲੱਛਣ ਸੁਭ ਅੰਗਨ ਮਾਹੀ, ਆਨ ਨਰਨ ਜਿਉ ਨਰ ਇਹ ਨਾਹੀ। ਇਸ ਬੱਚੇ ਦੀ ਆਮਦ ਦੇ ਨਾਲ ਸ਼ੁਭ ਲੱਛਣ ਤੇ ਸ਼ੁਭ ਅੰਗਣ,
ਚਾਰ ਚੁਫੇਰਾ ਇੱਕ ਨਵੇਂ ਐਟਮੋਸਫੇਅਰ ਦੇ ਨਾਲ ਆ ਰਿਹਾ ਹੈ। ਸੋ ਮਹਿਸੂਸ ਹੁੰਦਾ ਹੈ, ਦਾਈ ਕਹਿ ਰਹੀ ਹੈ ਕਿ ਆਮ ਬੱਚਿਆਂ ਵਰਗਾ ਇਹ ਬੱਚਾ ਨਹੀਂ ਹੈ ਜੀ। ਦੋਹਰਾ ਸੁਨ ਦਿਜਬਰ ਸਭ ਬਚਨ ਕੋ ਜੋਤਿਸ ਕੀਨ ਵਿਚਾਰ। ਬ੍ਰਾਹਮਣ ਨੇ ਜੋ ਦੀ ਆਪਣੀ ਵਿਦਿਆ ਪੰਚਾਂਗ ਜੋਤਿਸ਼ ਦਾ ਜੋ ਇਲਮ ਸੀਗਾ, ਉਸ ਸਾਰੇ ਦਾ ਕਹਿ ਲੋ ਕਿ ਵੇਰਵਾ ਲੈ ਕੇ ਇਸ ਸਾਰੀ ਬਾਤ ਨੂੰ ਉਸਨੇ ਸੁਰਤ ਆਪਣੀ ਚ ਵਿਚਾਰਨਾ ਕੀਤਾ। ਸੁਭ ਨਛੱਤਰ ਸੁਭ ਕਾਲ ਮਹਿ ਸੁਭ ਥਿਤ ਪੁਨ ਸੁਭ ਵਾਰ। ਉਹ ਕਹਿੰਦਾ ਸਾਰਾ ਕੁਝ ਬਿਲਕੁਲ ਸ਼ੁਭਤਾ ਨਾਲ ਭਰਿਆ, ਨਛੱਤਰ ਸ਼ੁਭ, ਘੜੀ ਸ਼ੁਭ, ਵਾਰ ਸ਼ੁਭ, ਇੰਜ ਲੱਗ ਰਿਹਾ ਸਭ ਕੁਝ ਹੀ ਸ਼ੁਭ ਹੈ। ਸਰਲ ਭਾਵ ਵਿੱਚ ਬਿਆਨ ਕਰਾਂ, ਦਿਨ ਥਿਤ ਵਾਰ ਘੜੀ ਉਹੀ ਭਲੀ ਹੈ। ਅਸੀਂ ਮਹਾਰਾਜ ਦੇ ਪਾਵਨ ਬਚਨ ਪੜ੍ਹਦੇ ਹਾਂ ਕਿ ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ। ਜਦੋਂ ਵਾਹਿਗੁਰੂ ਦੀ ਨਜ਼ਰ ਸਵੱਲੀ ਹੋ ਗਈ ਉਦੋਂ ਸਭ ਕੁਝ ਹੀ ਭਲਾ ਹੈ। ਤੇ ਜਿੱਥੇ ਗੁਰੂ ਨਾਨਕ ਸਾਹਿਬ ਆਪ ਸੱਚ ਦੀ ਦ੍ਰਿਸ਼ਟੀ ਪਾਉਣ ਵਾਲੇ ਆ ਚੁੱਕੇ ਨੇ, ਉੱਥੇ ਤੇ ਕਿਉਂ ਨਹੀਂ ਭਲਾ ਹੋਏਗਾ। ਸੋ ਇਸ ਰੂਪ ਵਿੱਚ ਕਵੀ ਜੀ ਨੇ ਬਾਤ ਕੀਤੀ ਹੈ ਜੀ। ਚੌਪਈ ਭਲੇ ਲਗਨ ਮਹਿ ਬਾਲਕ ਜਨਮਾ ਬੇਦੁਖ ਵਿਚਾਰ ਕਰਤ ਬਹੁ ਮਨਮਾ। ਜਦੋਂ ਬ੍ਰਾਹਮਣ ਇਹ ਸਾਰੀ ਬਾਤ ਸੁਣਦਾ ਤੇ ਆਪਣੇ ਮਨ ਹੀ ਮਨ ਦੇ ਵਿੱਚ ਅਟੀਆਂ ਬੁਣਦਾ ਤੇ ਅਹਿਸਾਸ ਦਾ ਬਹੁਤ ਭਲੇ ਸਮੇਂ ਦੇ ਵਿੱਚ, ਬਹੁਤ ਭਲੀ ਘੜੀ ਦੇ ਵਿੱਚ ਇਸ ਬਾਲਕ ਦਾ ਜਨਮ ਹੋਇਆ। ਕੁਝ ਖਾਸ ਕਿਸਮ ਦੀ ਜਿਹੜੀ ਕਹਿ ਲੋ ਕੋਈ ਆਭਾ, ਕੋਈ ਖਾਸ ਕਿਸਮ ਦੀ ਵਡਿਆਈ ਇਸ ਬਾਲਕ ਦੇ ਨਾਲ ਆ ਰਹੀ ਹੈ ਜੀ। ਯਹ ਸਿਸ ਹੈ ਅਵਤਾਰੀ ਕੋ ਵੱਡੇ ਭਾਗ ਕਾਲੂ ਕੇ ਹੋ। ਕਿਆ ਕਾਲੂ ਮਹਿਤਾ ਕਾਲੂ ਜੀ ਦੇ ਬੜੇ ਵੱਡੇ ਭਾਗ ਹੋਏ। ਇਹ ਕੋਈ ਸਿਸ ਅਵਤਾਰੂ ਲੱਗਦਾ ਮੈਨੂੰ, ਕੋਈ ਬਹੁਤ ਵੱਡੀ ਇਲਾਹੀ ਹਸਤੀ ਲੱਗਦੀ। ਸੋ ਗੁਰੂ ਨਾਨਕ ਸਾਹਿਬ ਦੀ ਵਡਿਆਈ ਇਹ ਦ੍ਵਿਜ ਬ੍ਰਾਹਮਣ ਆਪਣੇ ਮਨ ਦੇ ਵਿੱਚ ਉਸ ਰੂਪ ਵਿੱਚ ਵਿਚਾਰਦਾ ਹੈ ਜੀ। ਕਹਿ ਬਿਦ ਬਿਸਨ ਕੇ ਸ਼ਿਵ ਭਵ ਲੀਨੋ ਜਗਤ ਉਦਾਹਰਨ ਲਛਣ ਚੀਨੋ। ਇਹਦੇ ਲਕਸ਼ਣ, ਇਹਦੇ ਚਿੰਨ ਜਗਤ ਦੇ ਉਧਾਰ ਤੇ ਕਲਿਆਣ ਕਰਨ ਵਾਲੇ ਲੱਗਦੇ ਨੇ। ਇਸ ਤਰ੍ਹਾਂ ਜਾਣੀਏ ਇਹ ਕਿਸੇ ਵਿਸ਼ਨੂੰ ਤੇ ਸ਼ਿਵ ਦਾ ਅਵਤਾਰ ਹੋਏਗਾ, ਕਿਉਂਕਿ ਉਦੋਂ ਤੱਕ ਇਹੋ ਹੀ ਚੀਜ਼ਾਂ ਪ੍ਰਸੰਗਿਕ ਸੀਗੀਆਂ। ਅਵਤਾਰਾਂ ਦੀ ਬਾਤ ਕਰਕੇ ਹੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਜਾਂ ਆਉਣ ਵਾਲੇ ਲੋਕਾਂ ਨੂੰ ਗੁਣਾਂ ਨਾਲ ਜੋੜਿਆ ਜਾਂਦਾ ਸੀਗਾ। ਸੋ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਵੀ ਜੀ ਇਸ ਰੂਪ ਵਿੱਚ ਕਹਿੰਦੇ ਬਿਆਨ ਹੋ ਰਹੀ ਹੈ ਪੰਡਿਤ ਹਰਦਿਆਲ ਦੇ ਮੁਖ ਤੋਂ। ਆਤ ਪੱਤਰ ਇਸ ਸੀਸ ਚੁਲਾਰੇ ਪੁਰਬੀ ਨਿਸਾ ਜਨਮ ਭਇਓ ਬਾਰੇ। ਜਿਸ ਤਾਰੀਖ ਵਿੱਚ ਇਸ ਦਾ ਜਨਮ ਹੋਇਆ ਹੈ, ਮਹਿਸੂਸ ਇਹ ਹੁੰਦਾ ਹੈ ਕਿ ਇਹਦੇ ਸਿਰ ਦੇ ਉੱਤੇ ਆਤ ਪੱਤਰ ਕੋਈ ਬਹੁਤ ਵੱਡਾ ਛਤਰ ਤੇ ਚੌਰ ਝੁੱਲੇਗਾ। ਤੇ ਵਾਕਿਆ 'ਚ ਇਸ ਤਰ੍ਹਾਂ ਜਾਣੋ ਕਵੀ ਜਦੋਂ ਰਚਨਾ ਰਚ ਰਿਹਾ ਹੈ ਉਦੋਂ ਤੇ ਜਗਤ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗ ਚੁੱਕਾ ਹੈ ਉਸ ਨੂੰ ਵੀ ਕੌਣ ਆ। ਪਰ ਕਵੀ ਜੀ ਬਿਆਨ ਕਰਦੇ ਉਸ ਸਮੇਂ ਦੇ ਵਿੱਚ ਕਹਿੰਦੇ ਉਹ ਬ੍ਰਾਹਮਣ ਵਿਪਰ ਵੀ ਇਹ ਸੋਚ ਰਿਹਾ ਹੈ ਕਿ ਇਹ ਕੋਈ ਬਹੁਤ ਵੱਡੀ ਮਹਾਨਤਮ ਹਸਤੀ ਧਰਤੀ ਤੇ ਵਡਿਆਈ ਪ੍ਰਾਪਤ ਕਰੇਗੀ ਜੀ। ਚੱਕਰਵਰਤ ਹੋਵੈ ਭਵ ਮਾਹੀ ਕਰਹਿ ਦਿਗ ਵਿਜੈ ਸੰਸੈ ਨਾਹੀ। ਕਹਿੰਦੇ ਕਵੀ ਜੀ ਬ੍ਰਾਹਮਣ ਦੇ ਮਨ ਵਿੱਚ ਇਹ ਬਾਤ ਆ ਰਹੀ ਹੈ ਕਿ ਮਨ ਵਿੱਚ ਸੰਸਾ ਕਰਨ ਦੀ ਲੋੜ ਹੈ ਹੀ ਕੋਈ ਨਹੀਂ। ਇਹ ਵਾਕਿਆ 'ਚ ਕੋਈ ਚੱਕਰਵਰਤੀ ਮਹਾਰਾਜ ਹੋਏਗਾ, ਮੀਨ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਹੋਏਗਾ। ਇਹਦੀ ਵਡਿਆਈ ਯਕੀਨਨ ਤੌਰ ਤੇ ਅਸੀਂ ਆਪਣੇ ਮਨ ਦੇ ਵਿੱਚ ਪੂਰੀ ਤਰ੍ਹਾਂ ਕਲਪਨਾ ਵਿੱਚ ਨਹੀਂ ਲਿਆ ਸਕਦੇ ਜੀ। ਦਰਸ਼ਨ ਕੀ ਔਰ ਲਾਲਸ ਕੀਨੀ ਦੇ ਸਫਲ ਆਪਣੀ ਦਿਜ ਚੀਨੀ। ਕਹਿੰਦੇ ਨੇ ਇਸ ਦਿਜ ਬ੍ਰਾਹਮਣ ਨੇ ਸੋਚਿਆ ਕਿਉਂ ਨਾ ਮੇਰਾ ਜੀਵਨ ਵੀ ਸਫਲਾ ਹੋ ਜਾਏ ਤੇ ਖਾਹਸ਼ ਰੱਖੀ ਕਿਤੇ ਮੈਨੂੰ ਇਸ ਬਾਲ ਵਰੇਸ ਮਡੋਲੀ ਦੇ ਦਰਸ਼ਨ ਹੋ ਜਾਣ। ਸੋ ਗੁਰੂ ਨਾਨਕ ਮਹਾਰਾਜ ਜੀ ਦੀ ਉਸ ਬਾਲ ਹਸਤੀ ਦੇ ਦਰਸ਼ਨ ਕਰਨੇ ਆਪਣੇ ਹਿਰਦੇ ਦੇ ਅੰਦਰ ਲੋਚ ਰਿਹਾ ਹੈ ਜੀ। ਦੋਹਰਾ ਕਾਲੂ ਸੋ ਪੁਨ ਦਿਜ ਕਹੀ ਬਾਲਕ ਮੋਹਿ ਦਿਖਾਏ। ਬਾਬਾ ਕਾਲੂ ਜੀ ਦੇ ਸਾਹਮਣੇ ਦ੍ਵਿਜ ਨੇ, ਬ੍ਰਾਹਮਣ ਨੇ ਆਪਣੀ ਇਹ ਅਰਜ਼ ਗੁਜ਼ਾਰੀ ਬਾਤ ਰੱਖੀ ਦਿਲ ਦੀ ਵੀ ਮੈਨੂੰ ਉਸ ਬਾਲਕ ਦੇ ਦੀਦਾਰ ਤੇ ਕਰਾਓ ਜਿਹਦੀ ਵਡਿਆਈ ਦੌਲਤਾਂ ਕਰ ਰਹੀ ਹੈ, ਜਿਹਦੇ ਬਾਰੇ ਸਾਰੀ ਤਾਰੀਖ, ਸਾਰਾ ਮੇਰਾ ਫਲਸਫਾ ਦੱਸ ਰਿਹਾ ਹੈ ਕਿ ਬਹੁਤ ਇਲਾਹੀ ਹਸਤੀ ਆਈ ਹੈ। ਉਸ ਇਲਾਹੀ ਬਾਲ ਨੂੰ ਇੱਕ ਵਾਰੀ ਅੱਖਾਂ ਨਾਲ ਨਿਹਾਰਨ ਦਾ ਮੌਕਾ ਤੇ ਦਿਓ। ਸੁਨ ਕਰਦਾਈ ਦੌਲਤਾਂ ਲੀਨੀ ਸਪਦ ਬੁਲਾਏ। ਇਹ ਬਾਤ ਜਦੋਂ ਦ੍ਵਿਜ ਬ੍ਰਾਹਮਣ ਨੇ ਕਹੀ ਤੇ ਬਾਬਾ ਕਾਲੂ ਜੀ ਨੇ ਦੇਰ ਨਹੀਂ ਲਾਈ, ਬਲਕਿ ਸਪਦ ਝਟ ਦੇ ਦੇਣੀ ਦੀ, ਇੱਕਦਮ ਯਕਦਮ ਜਿਹਨੂੰ ਕਹਿੰਦੇ ਆ, ਰਾਈਟ ਵੇ ਦਾਈ ਦੌਲਤਾਂ ਨੂੰ ਆਵਾਜ਼ ਦਿੱਤੀ ਬਾਬਾ ਕਾਲੂ ਜੀ ਨੇ ਜੀ। ਚੌਪਈ
ਬਾਲਕ ਆਨ ਵਿਪਰ ਕੇ ਪਾਸਾ, ਧਾਏ ਗਈ ਸੁਨ ਮਦ ਅਵਾਸਾ। ਜਿਵੇਂ ਹੀ ਇਹ ਆਵਾਜ਼ ਸੁਣੀ ਦਾਈ ਨੇ ਕਿ ਬਾਲਕ ਨੂੰ ਦਵਿਜ ਨੂੰ ਲਿਆ ਕੇ ਦਿਖਾਓ, ਉਸੇ ਵਕਤ ਦੌੜ ਕੇ ਬਾਲਕ ਨੂੰ ਲੈਣ ਵਾਸਤੇ ਮਾਂ ਕੋਲ ਗਈ ਜੀ। ਜਾਚਿਓ ਬਾਲਕ ਜਨਨ ਨ ਦੇਈ, ਜਿਉ ਕਿਰਪਨ ਧਨ ਪ੍ਰੀਤ ਰਖੇਈ। ਹੋਇਆ ਇਹ ਕਿ ਜਦੋਂ ਜਾ ਕੇ ਮਾਂ ਨੂੰ ਯਾਚਨਾ ਕੀਤੀ ਜਗਤ ਮਾਤਾ ਤ੍ਰਿਪਤਾ ਨੂੰ ਕਿ ਦਵਿਜ ਬ੍ਰਾਹਮਣ ਉਸ ਬਾਲਕ ਨੂੰ ਦੇਖਣਾ ਚਾਹੁੰਦਾ ਆ, ਤੇ ਮਾਂ ਤ੍ਰਿਪਤਾ ਨੇ ਬਾਲ ਦੇਣ ਤੋਂ ਨਾ ਕਰ ਦਿੱਤੀ। ਉਹਨਾਂ ਕਿਹਾ ਜਾਚਿਓ ਬਾਲਕ ਜਨਨ ਨ ਦੇਈ, ਜਨਨੀ ਕਹਿੰਦੀ ਮੈਂ ਬਾਲਕ ਨਹੀਂ ਦੇਣਾ। ਇਸ ਤਰੀਕੇ ਕਿਸਮ ਦੀ ਹਾਲਤ ਬਣ ਗਈ ਕਿ ਜਿਉਂ ਕਿਰਪਨ ਤਨ ਪ੍ਰੀਤ ਰਖੇਈ। ਜਿਵੇਂ ਕਿਰਪਨ ਕੋਈ ਗਰੀਬ ਹੋਏ ਨਾ, ਉਹਨੂੰ ਤੁਸੀਂ ਧਨ ਦੀ ਗੱਠੜੀ ਫੜਾ ਦਿਓ ਤੇ ਫੜਾ ਕੇ ਉਹਨੂੰ ਕੋਲ ਹੁਣ ਵਾਪਸ ਦੇ ਦੇ। ਉਹ ਕਿਰਪਨ ਨੇ ਧਨ ਕਦੀ ਵੇਖਿਆ ਨਹੀਂ ਉਸ ਰੂਪ 'ਚ, ਉਹ ਕਹਿੰਦਾ ਮੈਂ ਤੇ ਨਹੀਂ ਦੇਵਾਂਗਾ, ਬਿਨਾਂ ਸ਼ੱਕ ਤੂੰ ਮੈਨੂੰ ਫੜਾਇਆ ਆ, ਪਰ ਇਹ ਹੁਣ ਮੈਂ ਨਹੀਂ, ਮੈਂ ਤੈਨੂੰ ਵਾਪਸ ਨਹੀਂ ਕਰ ਸਕਦਾ। ਮਾਂ ਐਗਜ਼ੈਕਟਲੀ ਇਸ ਤਰੀਕੇ ਦੇ ਨਾਲ ਇੱਕ ਪਲ ਦਾ ਵੀ ਵਸਾ ਨਹੀਂ ਖਾ ਸਕਦੀ। ਉਹ ਕਹਿੰਦੀ ਨਾ, ਮੈਂ ਇਸ ਬਾਲਕ ਨੂੰ ਆਪਣੇ ਤੋਂ ਜੁਦਾ ਨਾ ਕਰਾਂਗੀ ਜੀ। ਕਹਿ ਸਰਦ ਰੁੱਤ ਸਰਦੀ ਲੱਗ ਹੈ, ਮਿਰਦਲ ਬਾਲ ਬਾਹਰ ਕਸ ਮੰਗ ਹੈ। ਕਵੀ ਜੀ ਕਹਿੰਦੇ ਮਾਂ ਕਹਿੰਦੀ ਦੱਸੋ ਇਹੋ ਜੀ ਸਰਦ ਰੁੱਤ ਆ, ਇਸ ਮ੍ਰਿਦੁਲ ਬਾਲ ਬਾਹਰ ਕਸ ਮੰਗ ਹੈ। ਆਖਰਕਾਰ ਕੌਣ ਆ ਜਿਹੜਾ ਬੱਚੇ ਨੂੰ ਇਸ ਸਰਦੀ ਦੀ ਰੁੱਤ 'ਚ ਬਾਹਰ ਮੰਗਾਉਣਾ ਚਾਹੁੰਦਾ ਠੰਡ ਦੇ ਵਿੱਚ? ਨਾ, ਬਿਲਕੁਲ ਨਹੀਂ। ਮੈਂ ਬੱਚੇ ਨੂੰ ਬਾਹਰ ਦੀ ਹਵਾ ਨਾ ਲੱਗਣ ਦੇਵਾਂ, ਮੈਂ ਬੱਚੇ ਨੂੰ ਕਿਉਂ ਦੇਵਾਂਗੀ ਬਾਹਰ ਤੇਰੇ ਕਿਸੇ ਦੇ ਵੇਖਣ ਵਾਸਤੇ। ਬਹੁਰ ਬਿਦੁਖ ਹੈ ਬਾਰੰਬਾਰਾ, ਜਾਚਿਓ ਦਿਓ ਤਾਤ ਅਤ ਪਿਆਰਾ। ਅਖੀਰ ਜਦੋਂ ਵਾਰ-ਵਾਰ ਪੰਡਤ ਨੇ ਬਾਹਰੋਂ ਇਹ ਬਾਤ ਕਹੀ ਕਿ ਮੈਨੂੰ ਉਹ ਬਾਲਕ ਵਿਖਾਓ, ਮੈਂ ਉਹਦੇ ਦੀਦਾਰ ਲੋਚਦਾ ਹਾਂ, ਮਾਤਾ ਨੇ ਅਖੀਰ ਤੇ ਪਿਆਰੇ ਪੁੱਤਰ ਦੌਲਤਾਂ ਨੂੰ ਦੇ ਹੀ ਦਿੱਤਾ। ਮਾਂ ਨੇ ਕਿਹਾ ਵੀ ਚਲੋ ਜੇ ਇਹ ਬਾਤ ਆ, ਫਿਰ ਇਸ ਬੱਚੇ ਨੂੰ ਨਿਹਾਰਨ ਵਾਸਤੇ ਮੈਂ ਦਵਿਜ ਬ੍ਰਾਹਮਣ ਨੂੰ ਜਿਹੜਾ ਉਸ ਰੂਪ ਵਿੱਚ ਭਜਵਾ ਦੇਣੀ ਹਾਂ ਜੀ। ਲੇਕਰ ਦੌਲਤ ਬਾਹਰ ਆਈ, ਆਨਨ ਆਰਨ ਜਾਤ ਸੁਹਾਈ। ਦਾਈ ਦੌਲਤਾਂ ਬਾਲਕ ਨੂੰ ਜਦੋਂ ਲੈ ਕੇ ਬਾਹਰ ਆਈ, ਬਾਲਕ ਦੇ ਮੁਖ ਦੀ ਸੋਭਾ ਕਮਲ ਦੇ ਫੁੱਲ ਵਾਂਗ ਸੁਹਾ ਰਹੀ ਸੀ। ਆਨਨ ਆਰਨ ਜਾਤ ਸੁਹਾਈ, ਉਹਦੀ ਸ਼ੋਭ, ਉਹਦੀ ਜਿਹੜੀ ਕਹਿ ਲਓ ਕਿ ਸੁੰਦਰਤਾ ਸੀ, ਜਿਹੜੀ ਖੂਬਸੂਰਤੀ ਸੀਗੀ, ਉਹ ਬੜੀ ਕਮਾਲ ਸੀਗੀ, ਬੜੀ ਅਮੇਜ਼ਡ ਕਰ ਦੇਣ ਵਾਲੀ, ਬੜੀ ਸਾਨੂੰ ਵਿਸਮਾਦਿਤ ਕਰ ਦੇਣ ਵਾਲੀ ਬਾਤ ਹੈ। ਭਾਈ ਗੁਰਦਾਸ ਜੀ ਦਾ ਇੱਕ ਪਦਾ ਬੜਾ ਖੂਬਸੂਰਤ, ਉਹ ਬਿਆਨ ਕਰਦੇ, ਧਨ ਧਰਤੀ ਵਿੱਚ ਦੱਬੀ ਹੈ ਮਸਤਕ ਨੈ ਸਾਣੇ। ਪੁਰਾਣੇ ਸਮੇਂ ਲੋਕੀ ਦੌਲਤਾਂ, ਪੈਸਾ, ਸੋਨਾ ਚਾਂਦੀ, ਹੀਰੇ ਜਵਾਹਰਾਤ ਇਕੱਠੇ ਕਰਕੇ ਮਿੱਟੀ 'ਚ ਦੱਬ ਦਿੰਦੇ ਸੀਗੇ, ਤੇ ਕਹਿੰਦੇ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਦੱਬਿਆ ਹੁੰਦਾ ਸੀਗਾ ਨਾ, ਉਹਨਾਂ ਦਾ ਮਸਤਕ ਦਾ ਲਲਾਟ ਦੱਸਦਾ ਸੀਗਾ ਵੀ ਇਹਨਾਂ ਕੋਲ ਮਾਇਆ ਹੈ, ਇਹਨਾਂ ਕੋਲ ਪੈਸਾ ਹੈ। ਅੱਜ ਦੀ ਦੁਨੀਆ ਦੇ ਵਿੱਚ ਲੋਕੀ ਬੈਂਕਾਂ 'ਚ ਰੱਖ ਦਿੰਦੇ, ਕਿਤੇ ਹੋਰ ਜਗ੍ਹਾ ਤੇ ਇਨਵੈਸਟ ਕਰ ਦਿੰਦੇ, ਪਰ ਕਹਿੰਦੇ ਜੇ ਬੰਦੇ ਕੋਲ ਦੌਲਤ ਸਰਮਾਇਆ ਹੈ ਤੇ ਉਹਦਾ ਲਲਾਟ ਵੀ ਦੱਸਦਾ ਵੀ ਇਹਦੇ ਕੋਲ ਕੋਈ ਸਰਮਾਇਆ, ਕੁਝ ਮਾਲ ਸਬਾਬ ਹੈ। ਜਿਹਦੇ ਕੋਲ ਸਾਰੀ ਦੁਨੀਆ ਦੀ ਦੌਲਤ ਹੋਏਗੀ, ਦੀਨ ਦੁਨੀਆ ਦੀ ਦੌਲਤ ਦਾ ਮਾਲਕ ਜਿਹੜਾ ਆ, ਅੰਦਾਜ਼ਾ ਲਾਓ ਉਹਦਾ ਮੱਥੇ ਦਾ ਲਲਾਟ ਕਿਵੇਂ ਦਾ ਹੋਏਗਾ। ਇੱਕ ਛੋਟੀ ਜਿਹੀ ਸਾਖੀ ਨੂੰ ਮੈਂ ਬਾਤ ਕਰਕੇ ਬਾਤ ਅੱਗੇ ਤੋਰ ਦਿੰਦੇ ਹਾਂ। ਸਾਡੇ ਪ੍ਰੋਫੈਸਰ ਸਾਨੂੰ ਕਈ ਵਾਰੀ ਬਾਤਾਂ ਸੁਣਾਉਂਦੇ, ਉਹ ਕਹਿੰਦੇ ਉਹ ਵਿਜ਼ਿਟਿੰਗ ਪ੍ਰੋਫੈਸਰ ਰਹੇ ਈਰਾਨ ਯੂਨੀਵਰਸਿਟੀ ਦੇ ਵਿੱਚ, ਤਹਿਰਾਨ ਦੇ ਅੰਦਰ, ਕਿਉਂਕਿ ਉਹ ਫਾਰਸੀ ਸਕਾਲਰ, ਫਾਰਸੀ ਦੇ ਸਕਾਲਰ ਨੇ, ਤੇ ਉਹਨਾਂ ਦੀ ਉਹ ਮਦਰ ਟੰਗ ਹੈ, ਉੱਥੇ ਮੇਨ ਲੈਂਗੁਏਜ ਜੋ ਹੈ, ਫਸਟ ਲੈਂਗੁਏਜ ਹੈ, ਤੇ ਫਾਰਸੀ ਸਰਕਾਰੀ ਭਾਸ਼ਾ ਰਹੀ ਹੈ ਭਾਰਤੀ ਖਿੱਤੇ 'ਚ ਗਾਲਬਨ ਕੋਈ 700 ਸਾਲ। ਸਾਡੇ ਮੋਸਟਲੀ ਸੋਰਸਿਸ ਜਿਹੜੇ ਨੇ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਜਿਹੜੀ ਭਾਸ਼ਾ ਉਹ ਵੀ ਫਾਰਸੀ ਰਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਸਿੱਕੇ ਪਹਿਲੀ ਵਾਰ ਜਿਹੜੇ ਚਲਾਏ ਸੀਗੇ, ਉਹ ਵੀ ਫਾਰਸੀ ਜ਼ਬਾਨ ਦੇ ਵਿੱਚ ਹੀ ਲਿਖੇ ਸੀ। ਲਿਖਿਆ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਬਾਬਤ ਸੀਗਾ, ਪਰ ਲਿਖਿਆ ਫਾਰਸੀ ਵਿੱਚ ਸੀਗਾ। ਸੋ ਫਾਰਸੀ ਭਾਸ਼ਾ ਨਾਲ ਸਾਡੀ ਵਾਬਸਤਗੀ ਬੜੀ ਡਾਢੀ ਰਹੀ ਹੈ। ਇਸ ਜ਼ਬਾਨ ਤੋਂ ਅੰਗਰੇਜ਼ਾਂ ਨੇ ਆ ਕੇ ਬੜੀ ਐਫਰਟ ਪਾ ਕੇ ਲੋਕਾਂ ਦੀ ਦੂਰੀ ਬਣਾਈ, ਪਰ ਫਿਰ ਵੀ ਬਹੁਤ ਸਾਰੇ ਡਿਪਾਰਟਮੈਂਟ ਐਸੇ ਜਿਨ੍ਹਾਂ 'ਚੋਂ ਬਣਾ ਨਹੀਂ ਸਕੇ, ਜਿਨ੍ਹਾਂ 'ਚ ਕਮਾਲ ਮਹਿਕਮਾ ਅਜੇ ਵੀ ਮੌਜੂਦ ਆ। ਹਾਂ, ਉਹਨਾਂ ਨੇ ਇੱਕ ਨਵੀਂ ਜਿਹੜੀ ਹੈ ਲਿਖਣ ਸ਼ੈਲੀ ਇਜਾਦ ਕਰਨ ਦੇ ਵਿੱਚ ਉਹ ਕਾਮਯਾਬ ਹੋਏ, ਜਿਹਨੂੰ ਅਸੀਂ ਉਰਦੂ ਕਹਿੰਦੇ ਹਾਂ ਅੱਜ ਕੱਲ੍ਹ। ਇਹਦੇ 'ਚ ਸਾਰਾ ਜ਼ੋਰ ਅੰਗਰੇਜ਼ਾਂ ਦਾ। ਉਹਨਾਂ ਨੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਵੱਖਰੇ ਵੱਖਰੇ ਲਫ਼ਜ਼ ਪਾ ਕੇ ਉਰਦੂ ਲਿਖਣ ਸ਼ੈਲੀ ਜਿਹੜੀ ਫਾਰਸੀ ਦੇ ਬਿਲਕੁਲ ਕਲੋਜ਼ ਬਾਏ ਸਕ੍ਰਿਪਟ ਕਹਿ ਲਓ, ਉਹਨੂੰ ਡਿਵੈਲਪ ਕਰਨ 'ਚ ਬੜੀ ਵੱਡੀ ਜਿਹੜੀ ਹੈ ਉਹ ਐਫਰਟ ਪਾਈ। ਖੈਰ, ਜਿਹੜੀ ਨਾ ਮਾਤਰ ਬੇਨਤੀ ਕਰਨ ਲੱਗਾ ਵਾਂ, ਉਹ ਅਕਸਰ ਜਾਂਦੇ ਤਹਿਰਾਨ, ਤੇ ਉੱਥੇ ਵੱਡੇ ਵੱਡੇ ਸਕਾਲਰਸ ਨਾਲ ਗੱਲਬਾਤ ਹੁੰਦੀ। ਉਹ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਹੈਗਾ ਹਜ਼ਰਤ ਨਾਨਕ ਸ਼ਾਹ ਦੇ ਰੂਪ ਵਿੱਚ ਯਾਦ ਕਰਦੇ,
ਤੇ ਵਡਿਆਈ ਕਰਦੇ। ਉਹਨੇ ਇੱਕ ਬਾਤ ਸੁਣਾਈ, ਕਹਿਣ ਲੱਗੇ ਹੋਇਆ ਇਹ ਤਹਿਰਾਨ ਦੇ ਸਾਡੇ ਵਪਾਰੀ ਸੱਜਣ, ਕਾਰੋਬਾਰੀ, ਬਿਜ਼ਨਸਮੈਨ, ਜਿਹੜੀ ਬਿਜ਼ਨਸ ਕਮਿਊਨਿਟੀ ਹੈ ਉਹਦੇ 'ਚ ਇਜ਼ਾਫਾ ਹੋਇਆ। ਉਹਨਾਂ ਨੇ ਉਹ ਤਹਿਰਾਨ ਗੁਰੂ ਨਾਨਕ ਸਾਹਿਬ ਦੀ ਜਿਹੜਾ ਇਤਿਹਾਸਕ ਸਥਾਨ ਆ ਉਹਦੀ ਸੇਵਾ ਕਰਾਈ ਬੜੇ ਵੱਡੇ ਪੱਧਰ 'ਤੇ, ਬਹੁਤ ਆਲੀਸ਼ਾਨ ਇਮਾਰਤ ਬਣਾਈ ਉੱਥੇ। ਜਿਹੜੇ ਸ਼ਹਿਰ ਦੇ ਕਹਿ ਲਓ ਕਿ ਭਲੇ ਮੁਸਲਮਾਨ ਵਪਾਰੀ ਕਾਰੋਬਾਰੀ ਸੀਗੇ, ਉਹਨਾਂ ਨੂੰ ਪਤਾ ਲੱਗਾ ਸਿੱਖ ਕਮਿਊਨਿਟੀ ਨੇ ਆਪਣੇ ਪੈਗੰਬਰ ਨੂੰ ਯਾਦ ਕੀਤਾ ਹੈ, ਆਪਣੀ ਜਿਹੜਾ ਰਵੇਂ ਰਵਾਂ ਗੁਰੂ ਨਾਨਕ ਮਹਾਰਾਜ ਦੀ ਉਹਨਾਂ ਦੀ ਯਾਦ ਨੂੰ ਬੜੀ ਸੁੰਦਰ ਇਮਾਰਤ ਸਾਜੀ ਦੇ ਰੂਪ ਵਿੱਚ ਉਹਨਾਂ ਨੂੰ ਉਸ ਰੂਪ ਵਿੱਚ ਉਸਾਰਿਆ ਹੈ। ਉਹ ਗਿਲਾ ਲੈ ਕੇ ਆਏ ਉਸ ਸਿੱਖ ਸੰਗਤ ਦੇ ਬੰਦਿਆਂ ਦੇ ਕੋਲ, ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਨਾਲ ਬਿਲਕੁਲ ਹੀ ਬੇਗਾਨਗੀ ਕਰ ਦਿੱਤੀ। ਦੱਸੋ, ਤੁਸੀਂ ਆਪਣੇ ਪੈਗੰਬਰ ਦਾ ਐਡਾ ਵੱਡਾ ਸਥਾਨ ਉਸਾਰ ਰਹੇ ਸੀ, ਕੁਝ ਸੇਵਾ ਦਾ ਮੌਕਾ ਸਾਨੂੰ ਵੀ ਦਿੰਦੇ, ਅਸੀਂ ਵੀ ਕੁਝ ਪੁੰਨ ਸਵਾਬ ਖੱਟਦੇ ਦੋ ਜਹਾਨਾਂ ਦਾ। ਖੈਰ, ਉਹਨਾਂ ਕਿਹਾ ਜੀ ਕੋਈ ਗੱਲ ਨਹੀਂ, ਇਸ ਵਾਰੀ ਗਲਤੀ ਹੋ ਗਈ, ਨੈਕਸਟ ਟਾਈਮ ਕੋਈ ਇਹੋ ਜਿਹਾ ਕੁਝ ਕਾਰਜ ਕਰਨਾ ਹੋਏ ਤਾਂ ਤੁਹਾਨੂੰ ਜ਼ਰੂਰ ਯਾਦ ਕਰਾਂਗੇ, ਸੇਵਾ ਦਾ ਮੌਕਾ ਦੇਵਾਂਗੇ। ਉਹ ਕਹਿਣ ਲੱਗੇ ਨਹੀਂ ਕੋਈ ਗੱਲ ਨਹੀਂ, ਤੁਸੀਂ ਆਪਣੇ ਰੂਪ ਵਿੱਚ ਸੇਵਾ ਕਰ ਲਈ, ਠੀਕ ਹੈ, ਅਸੀਂ ਕੋਈ ਆਪਣੇ ਤੌਰ 'ਤੇ ਦੇਖਦੇ ਹਾਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਟ੍ਰਿਬਿਊਟ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਅਸੀਂ ਇੱਕ ਕੰਮ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦੇ ਨਾਮ ਦਾ ਇੱਕ ਦਰਵਾਜ਼ਾ ਬਣਾਉਂਦੇ ਹਾਂ ਸ਼ਹਿਰ ਦੇ ਵਿੱਚ, ਜਿਹੜਾ ਉਸ ਪਾਸੇ ਨੂੰ ਜਾਂਦਾ ਹੋਵੇ। ਵੱਡਾ ਦਰਵਾਜ਼ਾ ਉਹਨਾਂ ਨੇ ਉਸਾਰਿਆ, ਬੜਾ ਖੂਬਸੂਰਤ ਦਰਵਾਜ਼ਾ ਬਣਾਇਆ, ਬੜਾ ਆਲੀਸ਼ਾਨ। ਅਖੀਰ ਮੁਸ਼ਕਿਲ ਇਸ ਜਗ੍ਹਾ 'ਤੇ ਆਈ ਵੀ ਇਹ ਦਰਵਾਜ਼ਾ ਤੇ ਉਸਾਰ ਦਿੱਤਾ, ਪਰ ਉਹਨਾਂ ਦਾ ਹੁਣ ਨਾਮਕਰਨ ਕੀ ਕੀਤਾ ਜਾਏ, ਕੀ ਨਾਮ ਰੱਖਿਆ ਜਾਏ। ਉਸ ਨਾਮ ਦੇ ਵਾਸਤੇ ਉਹਨਾਂ ਨੇ ਬਹੁਤ ਸਾਰੀ ਇੱਧਰ ਉੱਧਰ ਬ੍ਰੇਨਸਟੋਰਮਿੰਗ ਕੀਤੀ। ਕਹਿੰਦੇ ਮੈਂ ਵੀ ਉਹਨਾਂ ਦਿਨਾਂ 'ਚ ਉੱਥੇ ਗਿਆ ਸੀਗਾ, ਮੇਰੇ ਨਾਲ ਕੁਝ ਹੋਰ ਯੂਨੀਵਰਸਿਟੀ ਦੇ ਸਕਾਲਰ ਸੀਗੇ, ਉਹ ਸਾਡੇ ਕੋਲ ਆਏ, ਕਹਿਣ ਲੱਗੇ ਸਾਨੂੰ ਸੁਜੈਸਟ ਕਰੋ, ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਦਰਵਾਜ਼ਾ ਬਣਾਇਆ, ਇਹਦਾ ਨਾਮ ਰੱਖਣਾ ਹੈ ਕੋਈ। ਕਹਿਣ ਲੱਗੇ ਜੀ ਕੀ ਨਾਮ ਰੱਖਿਆ ਜਾਏ। ਉਹ ਕਹਿੰਦੇ ਕੋਈ ਨਾ, ਨਾਮ ਅਸੀਂ ਆਪ ਹੀ ਲੱਭ ਲੈਣਾ ਹੈ, ਤੁਸੀਂ ਆਪਣੇ ਬਾਪੂ ਦੀਆਂ ਬਾਤਾਂ ਸੁਣਾਓ, ਸਾਨੂੰ ਸਾਖੀਆਂ ਸੁਣਾਓ, ਕਹਾਣੀਆਂ ਸੁਣਾਓ, ਅਸੀਂ ਗੁਰੂ ਦੀਆਂ ਬਾਤਾਂ, ਕਹਾਣੀਆਂ, ਸਾਖੀਆਂ ਵਿੱਚੋਂ ਆਪ ਹੀ ਨਾਮ ਲੱਭ ਲੈਣਾ। ਜਦੋਂ ਸਾਖੀਆਂ ਸੁਣਾਉਣ ਲੱਗੇ ਤੇ ਆਖਿਰਕਾਰ ਬਾਤ ਇਹ ਹੋਈ ਕਿ ਧੰਨ ਗੁਰੂ ਨਾਨਕ ਸਾਹਿਬ ਇੱਕ ਐਸੀ ਹਸਤੀ ਨੇ ਵਹਿਦ, ਜਿਨ੍ਹਾਂ ਨੇ ਸਾਰੀ ਉਮਰ ਦੇ ਵਿੱਚ ਆਪਣੇ ਖੀਸੇ 'ਚ ਕਦੀ ਕੋਈ ਬਟਵਾ ਨਹੀਂ ਰੱਖਿਆ। ਇੱਕੋ ਵਾਰੀ ਸਿਰਫ ਉਹਨਾਂ ਦੀ ਜੇਬ ਦੇ 'ਚ ਜਿਹੜੇ ਨੇ ਉਹ ਪੈਸੇ ਪਾਏ ਸੀ, ਉਸ ਜ਼ਮਾਨੇ ਦੇ 20 ਰੁਪਏ ਪਿਤਾ ਨੇ ਪਾਏ ਸੀ, ਸਵੇਰੇ ਤੇ ਦੁਪਹਿਰ ਤੱਕ ਰਹੇ, ਦੁਪਹਿਰ ਤੋਂ ਬਾਅਦ ਤੱਕ ਖਰਚ ਹੋ ਗਏ। ਉਸ ਤੋਂ ਬਾਅਦ ਸਾਰੀ ਉਮਰ ਉਹਨਾਂ ਨੇ ਆਪਣੇ ਖੀਸੇ 'ਚ 1 ਰੁਪਇਆ, ਇੱਕ ਨਵੀਂ ਕੌਡੀ ਵੀ ਆਪਣੇ ਖੀਸੇ 'ਚ ਪਾ ਕੇ ਨਾ ਰੱਖੀ। ਉਹ ਕਹਿਣ ਲੱਗੇ ਜੀ ਨਾਂ ਲੱਭ ਗਿਆ। ਕਹਿਣ ਲੱਗੇ ਕੀ ਨਾਮ? ਕਹਿੰਦੇ ਨਾਮ ਇਹ ਰੱਖੋ ਇਹਦਾ ਕਿ ਇਹ ਦਰਵਾਜ਼ਾ ਉਹਦੀ ਯਾਦ ਵਿੱਚ ਉਸਰਿਆ ਜੋ ਸਾਰੀ ਦੁਨੀਆ ਦੀ ਦੌਲਤ ਦੀ ਮਲਕੀਅਤ ਰੱਖਦਾ ਹੈ, ਜਿਹਦਾ ਦੌਲਤ ਦੇ ਉੱਤੇ ਕਿਸੇ ਦੌਲਤ ਦੇ ਛੋਟੇ ਰੂਪ ਤੇ ਕਦੀ ਦਾਅਵਾ ਨਹੀਂ ਨਾ ਹੋਇਆ, ਉਸ ਵਿੱਚ ਖੁਦਾਈ ਨੂਰ ਆ ਤੇ ਉਹ ਸਾਰੀ ਦੁਨੀਆ ਦੀ ਦੌਲਤ ਦਾ ਹੀ ਮਾਲਕ ਆ। ਕਿਉਂ? ਕਿਉਂਕਿ ਉਹ ਕਿਹਨੂੰ ਕਹੇ ਵੀ ਆਹ ਮਲਕੀਅਤ ਮੇਰੀ ਆ, ਮੇਰੀ ਮਲਕੀਅਤ ਨਹੀਂ, ਜਿਹਨੇ ਦਾਅਵਾ ਨਹੀਂ ਕੀਤਾ ਮਤਲਬ ਉਹ ਸਾਰਾ ਹੀ ਮਾਲਕ ਸੀਗਾ। ਇਹ ਵਡੇਰਿਆਂ ਦੀ ਵਡਿਆਈ ਹੈ ਜਿਹੜੇ ਸਮਝਦੇ ਕਿ ਗੁਰੂ ਨਾਨਕ ਸਾਹਿਬ ਦੀ ਹਸਤੀ ਕੀ ਹੈ। ਅੱਜ ਇੱਥੇ ਜੋ ਅਸੀਂ ਸਾਖੀ ਰੂਪ ਵਿੱਚ ਬਾਤ ਦੇਖ ਰਹੇ ਹਾਂ, ਜਦੋਂ ਕਹਿੰਦੇ ਨੇ ਬਿਪਰ ਨੇ ਲਿਆ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਆ ਕੇ ਉਹਨਾਂ ਦੇ ਰੂਪ ਨੂੰ ਨਿਹਾਰਿਆ ਨਾ, ਤੈਨੂੰ ਲੱਗਾ ਇਸ ਤੋਂ ਖੂਬਸੂਰਤ, ਇਸ ਤੋਂ ਨੂਰੋ ਨੂਰ ਹੋਰ ਕਿਹੜੀ ਚੀਜ਼ ਹੋ ਸਕਦੀ ਹੈ। ਕਿਉਂ? ਕਿਉਂਕਿ ਉਹ ਰੂਪ ਸਾਰੀ ਦੁਨੀਆ ਦੀ ਖੂਬਸੂਰਤੀ, ਸੁੰਦਰਤਾ, ਸਾਰੀ ਦੁਨੀਆ ਦੇ ਇਲਮ, ਸਾਰੀ ਦੁਨੀਆ ਦੀ ਸੋਹਬਤ ਨੂੰ ਆਪਣੇ 'ਚ ਅਮਾ ਕੇ ਬੈਠਾ ਹੈ। ਕੁਝ ਇਸ ਤਰੀਕੇ ਦੇ ਨਾਲ ਬ੍ਰਾਹਮਣ ਨੂੰ ਗੁਰੂ ਨਾਨਕ ਮਹਾਰਾਜ ਜੀ ਦੇ ਉਸ ਬਾਲ ਵਰੇਸ ਮਡੋਲੀ ਦਾ ਰੂਪ ਨਜ਼ਰ ਆਉਂਦਾ ਹੈ ਜੀ। ਲਘੂ ਤਨ ਜੋਤ ਵਿਸਾਲ ਬਿਰਾਜ ਹੈ, ਜਿਉ ਬਟ ਅਖੈ ਰੂਪ ਲਘੂ ਛੱਜ ਹੈ। ਕਵੀ ਜੀ ਕਹਿੰਦੇ ਉਸ ਲਘੂ ਜੇ ਤਨ ਦੇ ਵਿੱਚ, ਲਘੂ ਮੀਨ ਛੋਟਾ, ਉਸ ਛੋਟੇ ਜੇ ਰੂਪ ਵਿੱਚ ਰੱਬੀ ਜੋਤ ਇੰਜ ਮਚ ਰਹੀ ਹੈ ਲੱਖ ਲੱਖ ਕਰਦੀ ਹੋਈ ਕਿ ਉਹਨੂੰ ਤੁਸੀਂ ਕਿਸੇ ਰੂਪ ਵਿੱਚ ਅਵੋਇਡ ਨਹੀਂ ਕਰ ਸਕਦੇ। ਇੰਨੀ ਜ਼ਿਆਦਾ ਮਤਲਬ ਉਹਦੇ 'ਚ ਕਸ਼ਿਸ਼ ਆ, ਜਿਹਨੂੰ ਅਸੀਂ ਇੱਕ ਤਰੀਕੇ ਨਾਲ ਅੱਜ ਕੱਲ੍ਹ ਅਸੀਂ ਕਹਿੰਦੇ ਵੀ ਬੜੀ ਕਿਸੇ ਦੇ 'ਚ ਕ੍ਰਿਜ਼ਮੈਟਿਕ ਇੱਕ ਤਰੀਕੇ ਦੀ ਪਰਸਨੈਲਿਟੀ ਹੈ, ਉਹ ਇੱਕਦਮ ਮਿਸਮਰਾਈਜ਼ ਕਰ ਲੈਂਦੀ, ਆਪਣੇ ਆਪ ਆਭਾ ਮੰਡਿਤ ਕਰ ਲੈਂਦੀ ਹੈ। ਸੋ ਦੀ ਬਾਤ ਕੀਤੀ, ਨਾਲ ਮਿਸਾਲ ਦਿੱਤੀ ਜਿਉਂ ਬਟ ਅਖੈ ਰੂਪ ਲਗ ਛੱਜ ਹੈ। ਇੱਕ ਨਾ ਪਰਾਗ ਦੇ ਵਿੱਚ ਇੱਕ ਬੋਹੜ ਦਾ ਬੂਟਾ ਹੁੰਦਾ ਸੀਗਾ, ਬੜਾ ਹੁੰਦਾ ਸੀ, ਛੋਟਾ ਬਹੁਤਾ ਵੱਡਾ ਨਹੀਂ ਸੀਗਾ, ਪਰ ਉਹਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਐਡਾ ਇਹ ਬੂਟਾ ਡਾਢਾ ਆ ਕਿ ਇਹਨੂੰ ਕੋਈ ਤੂਫਾਨ, ਕੋਈ ਭੂਕੰਪ, ਕੋਈ ਚੀਜ਼ ਪੱਟ ਨਹੀਂ ਸਕਦੀ। ਸੋ ਕਹਿੰਦੇ ਐਗਜ਼ੈਕਟਲੀ ਇੰਜ ਲੱਗਦਾ ਆ ਕਿ ਭਾਵੇਂ ਤਨ ਛੋਟਾ ਜਿਹਾ ਆ, ਪਰ ਇਹ ਹਰ ਤਰੀਕੇ ਦੀ ਪ੍ਰਾਪਤੀ ਤੋਂ ਵੱਡਾ ਆ। ਇਹਨੂੰ ਕਿਸੇ ਤਰੀਕੇ ਦੇ ਨਾਲ ਵੀ ਕੋਈ ਦੁਨੀਆ ਦਾ ਡਰ, ਖੌਫ,
ਕੋਈ ਚੀਜ਼ ਇਹਨੂੰ ਕਿਸੇ ਰੂਪ ਵਿੱਚ ਪੈਪੀਤ ਨਹੀਂ ਕਰ ਸਕਦੀ। ਇਹ ਗੁਰੂ ਨਾਨਕ ਸਾਹਿਬ ਦੀ ਹਸਤੀ ਦੀ ਵਡਿਆਈ ਉਸ द्विज ਬ੍ਰਾਹਮਣ ਨੂੰ ਨਜ਼ਰ ਪੈਂਦੀ ਹੈ ਜੋ ਕਵੀ ਜੀ ਲਿਖ ਰਹੇ ਨੇ ਜੀ। ਦੋਹਰਾ ਦਿਜਵਰ ਅਤਮਤਵਾਨ ਮਨ ਸਰਬ ਲਿੰਗ ਪਹਿਚਾਨ। ਬ੍ਰਾਹਮਣ ਬਹੁਤ ਬੁੱਧੀਵਾਨ ਆ। ਇਹ ਜਿਹੜਾ ਪਾਂਦਾ ਹਰਦਿਆਲ ਆ, ਤੇ ਹੁੰਦਾ ਕੀ ਹੈ, ਉਸਨੇ ਗੁਰੂ ਸਾਹਿਬ ਦੇ ਸਾਰੇ ਲਿੰਗ ਪਹਿਚਾਨ ਮੀਨ ਸਾਰੇ ਅੰਗ ਵਗੈਰਾ ਚੰਗੀ ਤਰ੍ਹਾਂ ਦੇਖੇ, ਤੇ ਦੇਖ ਕੇ ਮਹਾਰਾਜ ਜੀ ਦੀ ਜਿਹੜੀ ਹਸਤੀ ਹੈ, ਮਹਾਰਾਜ ਦੀ ਜਿਹੜੀ ਪਾਇਆ ਹੈ, ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ ਹੈ ਜੀ। ਹੀਰਤ ਔਰ ਹਰਖਤ ਸਰਸ ਠਾਡਾ ਭਇਓ ਸੁਜਾਨ। ਇਹ ਬਹੁਤ ਸਿਆਣਾ ਬ੍ਰਾਹਮਣ ਮਨ ਦੇ ਵਿੱਚ ਬੜਾ ਖੁਸ਼ ਹੋਇਆ ਹੈ ਤੇ ਅਹਿਸਾਸ ਕਰਦਾ ਆ ਕਿ ਜੋ ਮੈਂ ਮਨ ਵਿੱਚ ਸੋਚ ਰਿਹਾ ਸੀਗਾ, ਐਗਜ਼ੈਕਟਲੀ ਇਹ ਹਸਤੀ ਮੈਨੂੰ ਉਹੋ ਹੀ ਨਜ਼ਰ ਪੈਂਦੀ ਹੈ ਜੀ। ਜੋ ਪਈ ਪੁਲ ਕਿਉ ਪਰਮ ਪ੍ਰੇਮ ਮਹਿ ਮਨੁਆ ਬੰਧਨ ਕਰ ਜਾਣਿਓ ਨਿਜ ਧਨੁਆ। ਉਸ ਦਾ ਮਨ ਪਰਮ ਪ੍ਰੇਮ ਵਿੱਚ ਬਿਲਕੁਲ ਪਸੀਜਿਆ ਪਿਆ ਹੈ, ਤੇ ਉਸਨੇ ਇੰਜ ਜਾਣੋ ਕਿ ਬੰਧਨ ਕਰ ਜਾਣਿਓ ਨਿਜ ਧਨੁਆ, ਆਪਣੇ ਆਪ ਨੂੰ ਧਨ ਜਾਣਿਆ ਜਦੋਂ ਉਸ ਬਾਲ ਵਰੇਸ ਮਡੋਲੀ ਨੂੰ ਹੱਥਾਂ ਤੇ ਫੜੀ ਹੋਈ ਨੂੰ ਉਸਨੇ ਮੱਥੇ ਨਾਲ ਲਾ ਲਿਆ। ਉਹਨੂੰ ਮਹਿਸੂਸ ਹੋਇਆ ਅੱਜ ਮੇਰਾ ਮੱਥਾ ਪਾਕ ਹੋ ਗਿਆ ਹੈ, ਮੇਰੇ ਮੱਥੇ ਨੂੰ ਇੰਜ ਹੈ ਕਿਸੇ ਧਾਤ ਨੂੰ ਜਿਵੇਂ ਪਾਰਸ ਨੇ ਛੂ ਲਿਆ ਹੋਏ, ਇਸ ਕਿਸਮ ਦੀ ਬਾਤ ਉਹਨੂੰ ਮਹਿਸੂਸ ਹੋ ਰਹੀ ਹੈ ਜੀ। ਜਿਉ ਜਨ ਇਸ਼ਟ ਦੇਵ ਕੋ ਦੇਖੀ ਤਿਉ ਔਰ ਮਹਿ ਭਾ ਮੋਦ ਬਸੇਖੀ। ਉਹ ਦਿਲ ਵਿੱਚ ਬਹੁਤ ਪ੍ਰਸੰਨਤਾ ਪ੍ਰਾਪਤ ਕਰਕੇ ਬੈਠਾ ਹੈ, ਕਿਵੇਂ ਜਿਵੇਂ ਕੋਈ ਜਗਿਆਸੂ ਆਪਣੇ ਇਸ਼ਟ ਨੂੰ ਨਿਹਾਰ ਕੇ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਜਾਣੀਏ, ਅਸੀਂ ਸੰਸਾਰੀ ਜੀਵ ਹਾਂ, ਸਾਡੀਆਂ ਬਹੁਤ ਸਾਰੀਆਂ ਲੋੜਾਂ ਨੇ। ਕੁਝ ਲੋੜਾਂ ਸਾਡੀਆਂ ਜਿਵੇਂ ਸਪੋਜ਼ ਕਰੋ ਫਿਜ਼ੀਕਲ ਸਾਈਡ ਤੋਂ ਹੁੰਦੀਆਂ, ਫੂਡ ਦੇ ਰੂਪ ਦੇ ਵਿੱਚ, ਸ਼ੈਲਟਰ ਦੇ ਰੂਪ ਦੇ ਵਿੱਚ, ਸਾਡੀ ਜਿਹੜੀ ਖਾਸ ਕਰਕੇ ਕਲੋਥਿੰਗ ਦੇ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਦੇਖਦੇ, ਇਸ ਰੂਪੇ ਦੇਖੀਏ। ਹੁਣ ਭੁੱਖਾ ਆ, ਭੁੱਖੇ ਨੂੰ ਬਹੁਤ ਭੁੱਖ ਲੱਗੀ ਹੋਏ ਤੇ ਇੱਕਦਮ ਖਾਣਾ ਸਾਹਮਣੇ ਪ੍ਰੈਜ਼ੈਂਟ ਕਰੋ, ਕਿਹੜੀ ਖੁਸ਼ੀ ਮਿਲਦੀ, ਮਹਿਸੂਸ ਨਾ ਇੱਕਦਮ ਪੀ ਲਓ, ਆਪਣੀ ਭੁੱਖ ਦੂਰ ਹੋ ਜਾਏਗੀ। ਬੰਦਾ ਠਰੂ ਠਰੂ ਕਰ ਰਿਹਾ ਹੈ, ਠੰਡ ਲੱਗ ਰਹੀ ਹੈ, ਇੱਕਦਮ ਕਹਿੰਦਾ ਉਹ ਲੈ ਮੈਂ ਜੈਕਟ ਹੀ ਭੁੱਲ ਗਿਆ ਸੀ ਘਰੇ, ਆ ਕਾਰ 'ਚ ਪਈ ਲੱਭ ਗਈ, ਇੱਕਦਮ ਖੁਸ਼ੀ ਆ ਜਾਂਦੀ, ਚਲੋ ਠੰਡ ਤੋਂ ਬਚ ਗਏ। ਜੇ ਕਿਤੇ ਬੰਦੇ ਨੂੰ ਕਿਤੇ ਸਪੋਜ਼ ਕਰੋ ਦੇਰ ਸਵੇਰ ਕਿਤੇ ਦੂਰ ਗਿਆ ਹੋਏ, ਦੇਰ ਹੋਣ ਦੇ ਆਸਾਰ ਬਣ ਜਾਣ, ਕਹਿੰਦਾ ਉਹ ਕਿਹੜਾ ਸਮਾਂ ਹੋਏ ਭਲਾ ਹੋਏ ਘਰ ਜਾਵਾਂ, ਜਾ ਕੇ ਬਿਸਤਰਾ ਮਿਲੇ। ਸਮਹਾਓ ਟ੍ਰੈਫਿਕ ਨਹੀਂ ਸੀ ਕਿਤੇ, ਸਮੇਂ ਨਾਲ ਘਰ ਆ ਗਿਆ, ਇੱਕਦਮ ਖੁਸ਼ੀ ਹੋਈ ਵੀ ਸ਼ੁਕਰ ਆ ਬਿਸਤਰਾ ਮਿਲਿਆ, ਜਿਵੇਂ ਖੁਸ਼ੀ ਹੁੰਦੀ ਇੱਕਦਮ। ਫਿਰ ਇਹਨੇ ਬਿਨ ਅਸੀਂ ਕੁਝ ਰਿਸ਼ਤੇ ਨਾਤਿਆਂ ਦੇ ਵਿੱਚ ਵੀ ਵਿਚਰਦੇ ਹਾਂ, ਸਾਡੇ ਜਿਹਨਾਂ ਨਾਲ ਪ੍ਰੇਮ ਸਨੇਹ ਹੁੰਦਾ, ਅਸੀਂ ਉਹਨਾਂ ਨੂੰ ਵੇਖ ਕੇ ਇੱਕਦਮ ਖੁਸ਼ ਹੋ ਜਾਂਦੇ। ਕਿਤੇ ਉਹ ਮਾੜਾ ਜਿਹਾ ਸੱਜੇ ਖੱਬੇ ਹੋ ਜਾਣ, ਦੇਰੀ ਹੋ ਜਾਏ, ਤੁਹਾਡਾ ਲਾਈਫ ਪਾਰਟਨਰ ਆ ਕਿਤੇ ਬਾਹਰ ਗਿਆ ਸੀ, ਫੋਨ ਨਹੀਂ ਚੱਲ ਰਿਹਾ, ਉਹਦਾ ਪਤਾ ਨਹੀਂ ਲੱਗਾ, ਕਿਵੇਂ ਡਰ ਹੋਏਗਾ, ਇੱਕਦਮ ਵੇਖਿਆ ਚਾਅ ਚੜ੍ਹ ਗਿਆ, ਠੀਕ ਹੈ, ਬੱਚੇ ਬਾਰੇ, ਭੈਣ ਭਰਾਵਾਂ ਬਾਰੇ। ਇਨ ਬਿਨ ਫਿਰ ਇੱਕ ਉਸ ਤੋਂ ਨੈਕਸਟ ਲੈਵਲ ਆਉਂਦਾ ਹੈ, ਉਹ ਹੁੰਦਾ ਇਸ਼ਟ ਦੇ ਬਾਰੇ। ਜਦੋਂ ਬੰਦੇ ਨੂੰ ਇਹ ਇੱਕ ਹਾਇਰਾਰਕੀ ਦੇ ਵਿੱਚ ਇੱਕ ਹਾਇਰ ਲੈਵਲ ਦੀ ਗੱਲ ਹੁੰਦੀ ਹੈ। ਅਸੀਂ ਜ਼ਿਆਦਾਤਰ ਜਿਵੇਂ ਪਸ਼ੂ ਹੈ ਨਾ, ਪਸ਼ੂ ਖੁਰਾਕ ਤੱਕ ਜੀਂਦਾ ਆ, ਬੰਦਾ ਮੋਸਟਲੀ ਕਈ ਵਾਰੀ ਇੱਥੋਂ ਤੱਕ ਹੀ ਜੀਂਦਾ ਆ, ਬਸ ਇਸ ਤੋਂ ਥੋੜ੍ਹਾ ਅੱਗੇ ਚਲਾ ਜਾਏ, ਪੈਣ ਪਚਰਨ ਕੱਪੜੇ, ਇੱਥੋਂ ਤੱਕ ਜੀਏਗਾ। ਰਿਸ਼ਤਿਆਂ ਦੀ ਹਾਂ ਇਹ ਨਿੱਘ ਮਾਣ ਸਕਦਾ ਹੈ ਬੰਦਾ। ਵੈਸਟਰਨ ਵਰਲਡ ਦੀ ਇੱਕ ਅਜੀਬ ਤਰ੍ਹਾਂ ਦੀ ਸਮੱਸਿਆ ਆ, ਇਹਨੂੰ ਨੋ ਡਾਊਟ ਜੇ ਸਿਵਲਾਈਜੇਸ਼ਨ 'ਚ ਦੇਖੀਏ ਤਾਂ ਇਹੀ ਇੱਕ ਕਹਿ ਲਓ ਕਿ ਇੱਕ ਐਸਾ ਅਮਲ ਆ ਜਿਹਦੇ 'ਚ ਮਨੁੱਖ ਨੇ ਕੋਈ ਤਰੱਕੀ ਕੀਤੀ, ਸਭ ਚੀਜ਼ਾਂ ਕੀਤੀਆਂ, ਪਰ ਇੱਕ ਮੁਸ਼ਕਿਲ ਇਹ ਵੀ ਹੈ, ਇਹ ਬਹੁਤ ਸੈਲਫਿਸ਼ ਬਣਾ ਦਿੰਦਾ ਬੰਦੇ ਨੂੰ। ਬੰਦਾ ਰਿਸ਼ਤਿਆਂ ਨਾਤਿਆਂ ਸੰਬੰਧਾਂ ਨੂੰ ਸਿਰਫ ਆਪਣੀ ਲੋੜ ਤੱਕ ਹੀ ਰੱਖਦਾ ਹੈ। ਲੋੜ ਚਲੀ ਗਈ ਉਹ ਕਹਿੰਦਾ ਹੂ ਕੇਅਰ। ਮਾਂ ਬਾਪ ਦੀ ਲੋੜ ਹੈ, ਬੰਦਾ ਸਾਂਭ ਸੰਭਾਲ ਹੈਗੀ, ਮਾਂ ਬਾਪ ਦੀ ਲੋੜ ਉਹਨੂੰ ਮਹਿਸੂਸ ਨਹੀਂ ਹੁੰਦੀ, ਉਹ ਕਹਿੰਦਾ ਹੂ ਕੇਅਰ। ਹੁਣ ਮੇਰੀ ਨਾ ਜੋਬ ਦੇ ਵਿੱਚ ਡਿੱਕਾ ਬਣਦਾ ਹੈ, ਮੇਰਾ ਕੈਰੀਅਰ ਹੈ, ਅਤੇ ਮਾਂ ਬਾਪ ਉਹ ਉਹਨਾਂ ਦੀ ਕੇਅਰ ਮੈਨੂੰ ਕਰਨੀ ਪੈਂਦੀ, ਕੀ ਕੀਤਾ ਜਾਏ, ਓਲਡ ਹੋਮ ਲੱਭੋ ਕੋਈ, ਛੱਡਿਓ ਰਿਸ਼ਤਾ। ਹਾਂ ਆ ਵਿਲ ਗੋ ਐਕਚੁਅਲੀ ਹੇਅਰ ਐਂਡ ਦੇਅਰ ਐਂਡ ਵਿਜ਼ਿਟ ਦੈਮ ਐਂਡ ਜਸਟ ਇੱਕ ਬੁਕੇ ਲੈ ਗਿਆ, ਫੁੱਲਾਂ ਦਾ ਜਾ ਕੇ ਫੜਾਇਆ, ਕਹਿ ਹੈਪੀ ਮਦਰਸ ਡੇ ਮੋਮ, ਹੈਪੀ ਫਾਦਰਸ ਡੇ ਡੈਡ, ਕਦੀ ਕਦਾਰ ਕਾਲ ਕਰ ਲਿਆ, ਡੈਡ ਆਰ ਯੂ ਓਕੇ, ਓਕੇ ਆਮ ਓਕੇ ਟੂ, ਠੀਕ ਹੈ ਜੀ, ਇੰਨਾ ਕੁ ਹੋ ਗਿਆ। ਮੇਨ ਉਹਦੀ ਲੋੜ ਜਿਹੜੀ ਉਸ ਲੈਵਲ 'ਤੇ ਨਹੀਂ। ਫਿਰ ਇੱਥੇ ਤੁਸੀਂ ਇਸ਼ਟ ਦੀ ਗੱਲ ਕਰੋ, ਇਬਾਦਤ ਦੀ ਗੱਲ ਕਰੋ, ਬੰਦਗੀ ਦੀ ਗੱਲ ਕਰੋ, ਭਗਤੀ ਦੀ ਗੱਲ ਕਰੋ, ਡਿਵੋਸ਼ਨਲ ਪ੍ਰੈਕਟਿਸ ਜ਼ਿੰਦਗੀ 'ਚ ਲੈ ਕੇ ਆਓ, ਇਹ ਬਹੁਤ ਹਾਰਡ ਹੋਏਗਾ। ਇਹਨਾਂ ਸਮਾਜਾਂ ਦੇ ਵਿੱਚ ਜਿਹੜਾ ਅਸੀਂ ਮੈਂਟਲ ਹੈਲਥ ਕ੍ਰਾਈਸਿਸ ਵੇਖ ਰਹੇ ਹਾਂ ਨਾ, ਅਸਲ 'ਚ ਮੈਂਟਲ ਹੈਲਥ ਕ੍ਰਾਈਸਿਸ ਘੱਟ ਹੈ, ਇਹਦੇ 'ਚ ਸਪਿਰਿਚੁਅਲ ਇਲੀਟਰੇਸ਼ਨ ਜ਼ਿਆਦਾ ਆ। ਜਦੋਂ ਬੰਦਾ ਸਪਿਰਿਚੁਅਲੀ ਇਲੀਟਰੇਟ ਹੋ ਜਾਂਦਾ ਹੈ, ਉਹਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਲੋੜ ਆਰ ਖੁਰਾਕ ਭੋਜਨ ਇਹ ਜਿਹੜੀ ਕੁੱਲੀ ਗੁੱਲੀ ਜੁੱਲੀ ਤੋਂ ਬਹੁਤ ਗਾਹਾਂ ਆ ਮੈਨੂੰ। ਤੇ ਆਪ ਦੇਖੋਗੇ ਕਈ ਵਾਰ ਚੀਜ਼ਾਂ ਹੁੰਦੀਆਂ ਉਹਨਾਂ ਖਾ ਕੇ ਖੁਸ਼ੀ ਨਹੀਂ ਮਿਲਦੀ ਜਿੰਨਾ ਕਿਸੇ ਨੂੰ ਖਵਾ ਕੇ ਖੁਸ਼ੀ ਮਿਲਦੀ ਹੈ।
ਉਹਨਾਂ ਆਪਣਾ ਸਾਜੋ ਸਮਾਨ ਕਲਟਰ ਇਕੱਠਾ ਕਰਕੇ ਖੁਸ਼ੀ ਨਹੀਂ ਮਿਲਦੀ ਜਿੰਨਾ ਕਿਸੇ ਦੂਸਰੇ ਦੀ ਮਦਦ ਕਰਕੇ ਖੁਸ਼ੀ ਮਿਲਦੀ ਹੈ। ਪਰ ਇਹ ਜੇ ਬੰਦਾ ਟੇਸਟ ਕਰ ਲਵੇ ਤੇ ਇਨ ਬਿਨਿਆ ਆਪ ਗੁਰੂ ਕੇ ਹਜ਼ੂਰ ਬੈਠੇ ਹੋ, ਨੋ ਡਾਊਟ ਇੱਕ ਸਾਡੀ ਟਰੈਡੀਸ਼ਨ ਹੈਗੀ ਹੈ, ਟਰੈਡੀਸ਼ਨ ਦੇ ਵਿੱਚ ਅਸੀਂ ਕੁਝ ਚੀਜ਼ਾਂ ਲੈ ਆਉਂਦੇ ਹਾਂ, ਕੁਝ ਕਰਨ ਕੰਮ ਕਾਰ ਨਹੀਂ ਕਰਨ, ਚਲੋ ਗੁਰਦੁਆਰੇ ਜਾ ਕੇ ਬਹਿ ਜਾਵਾਂਗੇ ਥੋੜ੍ਹੀ ਦੇਰ ਲਈ, ਠੀਕ ਹੈ, ਵਧੀਆ ਸੰਗਤ ਹੋ ਗਈ। ਇੱਕ ਇਹ ਵੀ ਹੁੰਦਾ ਕਿ ਚਲੋ ਖਾਸ਼ ਆ ਕੁਝ ਸਮਾਂ ਗੁਰਦੁਆਰੇ ਸਪੈਂਡ ਕਰਕੇ ਆਉਣਾ ਵਾ, ਇਹ ਲਿਟਲ ਬੈਸਟ ਹੈ, ਲਿਟਲ ਬਿਟ ਬੈਟਰ ਹੈ ਉਹਦੇ ਤੋਂ। ਜੇ ਕਿਤੇ ਇਸ ਤੋਂ ਗਾਹਾਂ ਆ ਜਾਏ ਬੰਦਾ ਚਾਹ ਕੇ ਘਰੋਂ ਹੀ ਤੁਰੇ, ਅੱਜ ਗੁਰਦੁਆਰੇ ਇੰਨਾ ਸਮਾਂ ਸੰਗਤ ਕਰਨੀ ਹੈ, ਨੈਕਸਟ ਲੈਵਲ ਆਉਣਾ ਸ਼ੁਰੂ ਕਰ, ਇਸ਼ਟ ਦਾ ਪਤਾ ਲੱਗ ਗਿਆ। ਇਹ ਬਹੁਤ ਰੇਅਰ ਆਉਂਦਾ ਹੈ, ਇਹਨੂੰ ਅਸੀਂ ਕਹਿੰਦੇ ਹਾਂ ਬਖਸ਼ਿਸ਼ ਆ, ਇਹ ਕਿਤੇ ਕਿਤੇ ਆਵੇ। ਇਹ ਤੇ ਮਾਫੀ ਚਾਹਾਂਗਾ, ਅਸੀਂ ਖਾਸ਼ਮੰਦ ਅਸਲ 'ਚ ਇਹਦੇ ਹੀ ਹਾਂ, ਕਿਤੇ ਇਹ ਤਰਸ ਹੋ ਜੇ ਸਾਡੇ ਦੇ ਉੱਤੇ। ਇਹ ਜਿਸ ਦਿਨ ਤਰਸ ਹੋ ਗਿਆ ਉਸ ਦਿਨ ਤੁਸੀਂ ਇੱਕ ਸਟੈਪ ਅੱਗੇ ਚਲੇ ਗਏ। ਇਹ ਕਿਤੇ ਹੈ, ਕਿਤੇ 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 ਕੁਦਰਤ ਨਵਾਜ਼ ਦੇ ਸਰੂਪ ਵਿੱਚ। ਕਵੀ ਜੀ ਨੇ ਜਿਹੜੀ ਆਹ ਗੱਲ ਕਹੀ ਹੈ ਨਾ, ਕਹਿੰਦੇ ਹਾਲਤ ਉਸ ਦਵਿਜ ਦੀ ਐਵੇਂ ਬਣ ਗਈ ਹੈ ਜਿਵੇਂ ਆਪਣੇ ਇਸ਼ਟ ਨੂੰ ਨਿਹਾਰ ਕੇ ਉਹਦਾ ਜਗਿਆਸੂ ਭਗਤ ਖੁਸ਼ੀ 'ਚ ਖੀਵਾ ਹੋ ਜਾਂਦਾ ਨਾ। ਕਦੀ ਸੋਚੋ, ਬੱਚੇ ਨੂੰ ਕਦੀ ਦੇਖੋ, ਬੱਚਾ ਆ, ਮਾਂ ਕੰਮ ਤੇ ਗਈ ਸੀ, ਬੱਚਾ ਸਾਰਾ ਦਿਨ ਵੇਟ ਕਰਦਾ ਰਿਹਾ, ਬੱਚਾ ਡੇ ਕੇਅਰ ਸੀਗਾ, ਸਾਰਾ ਦਿਨ ਵੇਟ ਕਰਦਾ ਰਿਹਾ, ਡੇ ਕੇਅਰ ਤੋਂ ਬਾਹਰ ਨਿਕਲਿਆ, ਮਾਂ ਸਾਹਮਣੇ ਦਿਖੀ, ਇੱਕਦਮ ਬੱਚੇ ਦੀ ਚਿਹਰੇ ਦੀ ਸਮਾਈਲ ਦੇਖੋ ਤੁਸੀਂ, ਉਹਦੀ ਅੱਖ ਦੀ ਚਮਕ ਦੇਖੋ ਤੁਸੀਂ, ਉਸ ਨੂੰ ਕੋਈ ਚੀਜ਼ ਕਿਸੇ ਰੂਪ ਦੇ ਵਿੱਚ ਵੀ ਕਹਿ ਲਓ, ਉਹਨੂੰ ਈਵਨ ਇਵੈਲੂਏਟ ਵੀ ਨਹੀਂ ਕਰ ਸਕਦੀ, ਉਹ ਕਿਹੜੀ ਚੀਜ਼ ਉਹਨੂੰ ਆ ਰਹੀ ਹੈ। ਇਹੋ ਜਿਹੀ ਖੁਸ਼ੀ ਕਿਤੇ ਬੰਦੇ ਨੂੰ ਗੁਰੂ ਕੋਲ ਆ ਕੇ ਆਵੇ, ਸੋਚੋ, ਕਿਤੇ ਗੁਰ ਸ਼ਬਦ ਸੁਣਦਿਆਂ ਆਵੇ, ਕਿਤੇ ਬੰਦਾ ਸਵੇਰੇ ਉੱਠ ਕੇ ਗੁਟਕਾ ਐਵੇਂ ਫੋਲੇ ਤੇ ਫੋਲਦਿਆਂ ਹੋਇਆ ਪਹਿਲਾ ਅੱਖਰ ਇੱਕ ਓਂਕਾਰ ਪੜ੍ਹੇ ਤੇ ਇੱਕਦਮ ਚਰਨਾਟ ਛਿੜੇ ਤੇ ਕਹਿ ਅਹਿਸਾਸ ਹੋਏ ਕੀ ਸਮਾਂ ਸ਼ੁਕਰ ਦਾ ਆਇਆ। It's amazing thing. We are all kind of seeker for it, but somehow we are not getting it. ਇਹ ਇੱਕ ਹਾਇਰ ਲੈਵਲ ਦੀ ਇੱਕ ਉਹ ਚੀਜ਼ ਆ। ਕਵੀ ਜੀ ਕਹਿੰਦੇ ਪੰਡਤ ਦਵਿਜ ਨੂੰ ਐਗਜ਼ੈਕਟਲੀ ਆ ਫੀਲਿੰਗ ਆ ਗਈ, ਇੱਕਦਮ ਉਹਨੂੰ ਮਹਿਸੂਸ ਹੋ ਗਿਆ ਕਿ ਜਿਹੜੀ ਇਹ ਚੀਜ਼ ਬਣੀ ਹੈ ਕਿ ਇਸ ਰੂਪ ਦੇ ਵਿੱਚ ਜਿਵੇਂ ਉਸ ਨੂੰ ਜਿਉਂ ਜਨ ਇਸ਼ਟ ਦੇਵ ਕੋ ਦੇਖੀ, ਜਿਵੇਂ ਕੋਈ ਜਨ ਆਪਣੇ ਇਸ਼ਟ ਦੇਵ ਨੂੰ ਦੇਖਦਾ, ਤਿਉਂ ਉਰਮਹਿ ਪਾਮੋਦ ਵਿਸੇਖੀ, ਜਿਵੇਂ ਉਹਦੇ ਮਨ ਦੇ ਵਿੱਚ ਇੱਕ ਮਸਤੀ ਦਾ ਆਲਮ ਆ ਜਾਂਦਾ ਆ। ਪੰਡਤ ਦਵਿਜ ਇਸ ਮਸਤੀ ਦੇ ਆਲਮ ਵਿੱਚ ਆ ਗਿਆ ਹੈ ਜੀ। ਸਭ ਅੰਗਨ ਕੇ ਸੁੰਦਰ ਲੱਛਣ, ਲੱਗਿਓ ਬਿਲੋਕਨ ਵਿਪਰ ਵਿਚਛਣ। ਕਹਿੰਦੇ ਨੇ ਸਾਰੇ ਅੰਗਾਂ ਦੇ ਸੁੰਦਰ ਸੁੰਦਰ ਲੱਛਣ ਜਿਹੜੇ ਸੀਗੇ ਉਹ ਬ੍ਰਾਹਮਣ ਬੜੇ ਧਿਆਨ ਨਾਲ ਦੇਖ ਰਿਹਾ ਹੈ। ਲੱਗਿਓ ਬਿਲੋਕਨ ਵਿਪਰ ਵਿਚਖਣ, ਉਹ ਹਰ ਚੀਜ਼ ਨੂੰ ਨਿਹਾਰਦਾ ਦੇਖਦਾ। ਵੈਸੇ ਸਾਡੇ ਕੋਲ ਬਹੁਤ ਸਾਰੀਆਂ ਅੱਜ ਦੀ ਦੁਨੀਆ ਦੀ ਬੜੀਆਂ ਸਟੱਡੀਜ਼ ਮੌਜੂਦ ਨੇ, ਪਰ ਹੁੰਦਾ ਕਿ ਸਾਡੀ ਜਿਹੜੀ ਅੱਜ ਦੀ ਤਾਲੀਮ ਵੀ ਹੈ ਇਹ ਵੀ ਬਿਜ਼ਨਸ ਓਰੀਐਂਟਡ ਹੈ ਸਾਰੇ ਦੀ ਸਾਰੀ, ਕਿਉਂਕਿ ਕਾਰੋਬਾਰ ਹੀ ਸਾਰਾ, ਜਿੱਥੇ ਜਿਵੇਂ ਹਿਕਮਤ ਆ, ਮੈਡੀਕਲ ਵਰਲਡ ਆ, ਹਿਕਮਤ ਇੱਕ ਤਰੀਕੇ ਦੀ ਪਰਉਪਕਾਰਤਾ ਦਾ ਕਾਰਜ ਹੁੰਦਾ ਸੀਗਾ। ਹਿਕਮਤ 'ਚ ਲੋਕੀ ਪੈਸਾ ਨਹੀਂ ਸੀ ਕਮਾਉਂਦੇ, ਕਿਸੇ ਦੀ ਕਹਿ ਲਓ ਕਿ ਤਿਮਾਰਦਾਰੀ ਕਰਨੀ, ਇਹ ਤੇ ਸਬਾਬ ਇਹਨੂੰ ਕਿਹਾ ਜਾਂਦਾ ਸੀ। ਕਿਸੇ ਦੇ ਹੱਥ 'ਚ ਜਿਹੜੀ ਹੈ ਸ਼ਫਾ ਹੈ, ਕਿਸੇ ਦੇ ਹੱਥ 'ਚ ਸ਼ਫਾ ਆ ਗਈ ਹੈ, ਕੋਈ ਕਿਸੇ ਨੂੰ ਹੱਥ ਲਾਉਂਦਾ ਠੀਕ ਹੋ ਜਾਂਦਾ, ਇਹ ਸ਼ਫਾ ਆ, ਉਹਨੂੰ ਹੋਰ ਦੌਲਤ ਕੀ ਚਾਹੀਦੀ ਜਿਹਨੂੰ ਇਹ ਸ਼ਫਾ ਮਿਲ ਜਾਏ। ਪਰ ਹੋਇਆ ਇਹ ਵਕਤ ਦੇ ਨਾਲ ਚੀਜ਼ਾਂ ਸੋਨੇ ਚਾਂਦੀ ਦੀ ਤੱਕੜੀ 'ਚ ਤੁਲਣ ਲੱਗ ਗਈਆਂ। ਅੱਜ ਅਸੀਂ ਆਪ ਚਾਹੁੰਦੇ ਹਾਂ ਸਾਡਾ ਬੇਟਾ ਡਾਕਟਰ ਬਣ ਜੇ, ਕਾਹਦੇ ਲਈ ਬਣ ਜੇ? ਲੋਕਾਂ ਦੀ ਮਦਦ ਕਰੇਗਾ, ਬਿਮਾਰੀਆਂ ਠੀਕ ਕਰੇਗਾ, ਸ਼ਫਾ ਦੇਵੇਗਾ। ਉਹ ਨਹੀਂ, ਇਹਨੂੰ ਇੱਕ ਸਾਈਡ 'ਤੇ ਰੱਖੋ, ਕੈਰੀਅਰ ਬਣ ਜਾਏਗਾ ਉਹਦਾ। ਪਤਾ ਲੋਕੀ ਪੈਸੇ ਲਈ ਸਟਰਗਲ ਕਰਦੇ ਨੇ, 5, 7, 10 ਸਾਲਾਂ 'ਚ ਇੰਨਾ ਅਮੀਰ ਹੋ ਜਾਏਗਾ। ਸਾਡੀ ਐਵੈਲੂਏਸ਼ਨ ਗਲਤ ਰੰਗ 'ਚ ਹੋ ਗਈ। ਇੱਥੇ ਅੱਜ ਜੇ ਬਰਨ ਆਊਟ ਹੋ ਰਹੇ ਨੇ ਮੈਡੀਕਲ ਪ੍ਰੋਫੈਸ਼ਨ 'ਚ ਲੋਕ, ਮੇਰੀ ਕਾਉਂਸਲਿੰਗ ਦਾ ਗਾਲਬਨ ਕੋਈ 5% ਹਿੱਸਾ ਇਹੋ ਜਿਹੇ ਪ੍ਰੋਫੈਸ਼ਨਲਸ ਨਾਲ ਜਾਂਦਾ, ਅਤੇ ਮੈਂ ਦੇਖਦਾ ਹਾਂ ਕਿ ਵਿਚਾਰਿਆਂ ਨੇ ਇੰਨੀ ਮਿਹਨਤ ਕੀਤੀ, ਸਭ ਕੁਛ ਕੀਤਾ, ਪਰ ਡੀਪ ਐਂਡ 'ਤੇ ਮਨ ਦੇ ਵਿੱਚ ਕੋਈ ਉਹਦੀ ਧਾਰੀ ਨਹੀਂ ਵੱਜੀ, ਕੋਈ ਸੈਟਿਸਫੈਕਸ਼ਨ ਨਹੀਂ ਹੈ। ਕਿਉਂ? ਕਿਉਂਕਿ ਉਹ ਆਏ ਨਹੀਂ ਸੀ ਇਸ ਵਾਸਤੇ ਜੋ ਕੰਮ ਕਰਨਾ ਪੈ ਰਿਹਾ ਉਹਨਾਂ ਨੂੰ। ਜਿਸ ਵਾਸਤੇ ਆਏ ਸੀਗੇ ਉਹ ਚੀਜ਼ ਉੱਥੇ ਹੈ ਹੀ ਨਹੀਂ। ਉਹਨਾਂ ਨੂੰ ਮਤਲਬ ਲੱਗ ਰਿਹਾ ਕਿ ਆਹ ਤੇ ਇਟਸ ਕਾਈਂਡ ਆਫ ਪਨਿਸ਼ਮੈਂਟ ਫॉर them because they were not passionate for those kind of things. So somehow they are managing it, they are doing it, but they don't want to do it in reality. ਉਹਨਾਂ ਦਾ ਜਿਹੜਾ ਪ੍ਰੋਫੈਸ਼ਨ ਤੇ ਉਹਨਾਂ ਦੀ ਬਾਡੀ ਲੈਂਗੁਏਜ ਤੇ ਜਿਹੜਾ ਉਹਨਾਂ ਦਾ ਮਨ ਦਾ ਭਾਵ ਹੈ ਉਹ ਮੈਚ ਨਹੀਂ ਕਰਦਾ, ਆਪਸ ਦੇ ਵਿੱਚ ਮਿਸਮੈਚ ਹੋਇਆ ਪਿਆ ਸਾਰਾ।
ਇਸ ਲਈ ਪਨਿਸ਼ਮੈਂਟ ਹੈ, ਸਜ਼ਾ ਆ ਬੜੀ ਵੱਡੀ। ਇਹੋ ਜਿਹੀਆਂ ਚੀਜ਼ਾਂ ਅਸੀਂ ਦੇਖਦੇ ਇਸ ਢੰਗ ਦੇ ਨਾਲ। ਪਰ ਜੇ ਮੈਂ ਮੌਲਿਕ ਰੂਪ ਵਿੱਚ ਜਿਹੜੀ ਬਾਤ ਕਰ ਰਿਹਾ ਹਾਂ ਕਿ ਹਰ ਚੀਜ਼ ਦੀ ਤਾਲੀਮ ਪਈ ਹੈ ਧਰਤੀ ਦੇ ਉੱਤੇ। ਜਿਵੇਂ ਸਪੋਜ਼ ਸਟੱਡੀਜ਼ ਪਈਆਂ ਨੇ, ਜਿਹੜੇ ਹੱਥ ਪੈਰ ਅੱਖ ਕੰਨ ਨੱਕ, ਸਾਡਾ ਮੜੰਗਾ, ਸਾਡੀ ਬੋਲ ਬਾਣੀ, ਸਾਡੇ ਜਿਹੜੇ ਸਾਰੀਆਂ ਚੀਜ਼ਾਂ ਦੇ ਇਹਨਾਂ ਦੇ ਤਰੀਕੇ ਦੇ ਜਿਹੋ ਜਿਹੇ ਲੋਕ, ਇਹੋ ਜਿਹੇ ਉਂਗਲਾਂ ਵਾਲੇ, ਇਹੋ ਜਿਹੇ ਮੂੰਹ ਵਾਲੇ, ਇਹੋ ਜਿਹੀ ਅੱਖ ਵਾਲੇ, ਇਹੋ ਜਿਹੇ ਨੱਕ ਰੱਖਣ ਵਾਲੇ, ਇਹੋ ਜਿਹੇ ਮੱਥੇ ਵਾਲੇ, ਇਹੋ ਜਿਹੇ ਇਹ ਲੋਕ ਐਵੇਂ ਦੇ ਹੁੰਦੇ, ਐਵੇਂ ਦੇ ਹੁੰਦੇ, ਜਿਹਨੂੰ ਅਸੀਂ ਪਰਸਨੈਲਿਟੀ ਡਿਸਕ੍ਰਿਪਸ਼ਨਸ ਦੇ ਲੈਂਦੇ ਹੈਗੇ ਆ। ਤਾਂ ਇਹੋ ਜਿਹੀਆਂ ਚੀਜ਼ਾਂ ਰਹੀਆਂ। ਈਵਨ ਮਾਡਰਨ ਸਾਈਕੋਲੋਜੀ ਤੁਸੀਂ ਦੇਖ ਲਵੋ, ਸਾਡੇ ਚਿਹਰੇ ਦਾ, ਸਪੋਜ਼ ਕਰੋ ਮੈਂ ਬੋਲ ਰਿਹਾ ਤੁਹਾਡੇ ਨਾਲ, ਬੋਲਦਿਆਂ ਹੋਇਆਂ ਜਿਵੇਂ ਮੇਰੀ ਨਜ਼ਰ ਹੈ, ਜਿਵੇਂ ਮੇਰੇ ਚਿਹਰੇ ਦੇ ਹਾਵ ਭਾਵ ਨੇ, ਜਿਹੜੇ ਬੜੇ ਉਮਦਾ ਸਾਈਕੋਲੋਜਿਸਟ ਹੈਗੇ ਨੇ, they gonna actually figure it out what I'm thinking inside my mind. They gonna get it. ਜਿਵੇਂ ਤੁਸੀਂ ਬੈਠੇ ਮੈਸੇਜ ਪਰਸੀਵ ਕਰਦੇ ਹੋ, ਜੇ ਸਾਈਕੋਲੋਜੀਕਲ ਸਾਈਡ ਤੋਂ ਦੇਖਿਆ ਜਾਏ, ਹਰ ਚਿਹਰਾ ਕੁਝ ਬੋਲ ਰਿਹਾ, ਹਰ ਚਿਹਰੇ ਦੇ ਲੱਛਣ ਕੁਝ ਬੋਲ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਅਹਿਸਾਸ ਦੀਆਂ ਸਾਨੂੰ। ਕਹਿੰਦੇ ਨੇ ਕਵੀ ਜੀ, ਸਭ ਅੰਗਨ ਕੇ ਸੁੰਦਰ ਲੱਛਣ। ਉਹ ਬੜੇ ਧਿਆਨ ਨਾਲ ਬੱਚੇ ਦੇ ਅੰਗ ਵਗੈਰਾ ਕੁਰੇਦ ਰਿਹਾ, ਬ੍ਰਾਹਮਣ ਤੇ ਦੇਖਣ ਦੀ ਕੋਸ਼ਿਸ਼ ਕਰਨ ਲੱਗੋ, ਬਿਲੋਕਨ ਵਿਪਰ ਵਿਚਖਣ, ਕਿ ਆਖਰਕਾਰ ਇਹ ਸਾਰੇ ਦੇ ਸਾਰੇ ਅੰਗ ਕੀ ਬਿਆਨ ਕਰ ਰਹੇ ਨੇ ਜੀ। ਅਰਨ ਚਰਨ ਬਰ ਮਿਰਦੁਲ ਸੁਹਾਵੇ, ਜਿਮ ਦਲ ਕੋਕ ਨਦਮ ਦੁੱਤ ਪਾਵੇ। ਕਵੀ ਜੀ ਕਹਿੰਦੇ ਵੀ ਇਸ ਤਰ੍ਹਾਂ ਲੱਗਦਾ ਹੈ, ਅਰੁਣ ਚਰਨ ਬਰ ਮ੍ਰਿੰਦੁਲ ਸੁਹਾਵੇ, ਜਿਵੇਂ ਲਾਲ ਰੰਗ ਦੇ ਕੋਮਲ ਚਰਨ ਇੰਜ ਸ਼ੋਭਾ ਪ੍ਰਾਪਤ ਕਰ ਰਹੇ ਨੇ ਵੀ ਜਿਵੇਂ ਬੜੇ ਲਾਲੀਮਾ ਪਾਉਂਦੇ ਹੋਏ। ਵੈਸੇ ਵੀ ਬਾਲਕ ਦੇ ਜਿਹੜੇ ਅੰਗ ਨੇ ਬੜੇ ਮੁਲਾਇਮ ਹੁੰਦੇ ਨੇ, ਪੈਰ ਅੱਡੀਆਂ ਖਾਸ ਕਰਕੇ ਬੜੀਆਂ ਖੂਬਸੂਰਤ ਲੱਗਦੀਆਂ ਨੇ। ਤੇ ਕਵੀ ਜੀ ਕਹਿੰਦੇ ਉਸ ਰੂਪ ਦੇ ਜਿਵੇਂ ਕੌਲ ਦੀਆਂ ਪੰਖੜੀਆਂ ਹੁੰਦੀਆਂ, ਜਿਮ ਦਲ ਕੋਕ ਨੰਦ ਦੁੱਧ ਪਾਵੇਂ, ਜਿਵੇਂ ਕੋਮਲ ਕੌਲ ਦੇ ਫੁੱਲ ਦੀਆਂ ਪੰਖੜੀਆਂ ਨੇ ਨਾ, ਬਸ ਉਹਨਾਂ ਦੇ ਚਰਨ ਪੈਰ ਕਾਹਦੇ ਨੇ, ਐਗਜ਼ੈਕਟਲੀ ਇੰਨੇ ਹੀ ਸੋਹਣੇ ਲੱਗ ਰਹੇ ਨੇ, ਇਸੇ ਰੂਪ ਵਿੱਚ ਮੁਲਾਇਮ ਤੇ ਖੂਬਸੂਰਤ ਨੇ ਜੀ। ਪੁਜ ਆ ਜਾਨ ਕੰਧ ਸੁਭ ਉੱਚੇ, ਕਰਜ ਅਰਨ ਜਿਉ ਨਗ ਹੋਏ ਸੂਚੇ। ਕਹਿੰਦੇ ਨੇ ਪੁਜ ਅਜਾਨ ਕੰਧ ਸੁਭ ਉੱਚੇ, ਬਾਹਾਂ ਗੋਡਿਆਂ ਤੱਕ ਲੰਮੀਆਂ ਅਤੇ ਮੋਢੇ ਸੋਹਣੇ ਅਤੇ ਉੱਚੇ ਹਨ। ਜਿਹੜੀ ਬਾਹਾਂ ਦੀ ਬਣਤਰ ਆ, ਇਸ ਰੂਪ ਵਿੱਚ ਬਾਤ ਰਹੀ ਹੈ। ਕੁਦਰਤ ਕਈ ਵਾਰੀ ਇਸ ਸਰੀਰਾਂ ਦੇ ਵੱਖਰੇ ਵੱਖਰੇ ਰੂਪ ਰੰਗ ਬਣਾਉਂਦੀ ਹੈ, ਪਰ ਕਹਿੰਦੇ ਨੇ ਜਿਹੜੇ ਰੱਬੀ ਵਣਜਾਰੇ ਲੋਕ ਨੇ, ਬਾਹਾਂ ਬੜੀਆਂ ਲੰਮੀਆਂ ਹੁੰਦੀਆਂ ਨੇ। ਇਹਦਾ ਇੱਕ ਸਿੰਬੋਲਿਕ ਰੀਜ਼ਨ ਵੀ ਹੈ। ਮੇਰੀ ਤੁਹਾਡੀ ਬਾਂਹ ਛੋਟੀ ਹੈ, ਸਾਡੀ ਪਾਇਆ ਛੋਟੀ ਹੈ, ਸਾਡੀ ਅਪਰੋਚ ਬੜੀ ਲਿਮਿਟਡ ਹੈਗੀ ਹੈ, ਸਾਡੀ ਐਬਿਲਿਟੀ ਬੜੀ ਲਿਮਿਟਡ ਆ। ਪਰ ਜਿਹਦੀ ਬਾਂਹ ਲੰਮੀ ਹੈ, ਇਹਦਾ ਮਤਲਬ ਉਹਦੀ ਅਪਰੋਚ, ਉਹਦੀ ਐਬਿਲਿਟੀ ਵੀ ਜ਼ਿਆਦਾ ਹੈ। ਸੋ ਇੱਕ ਤਰੀਕੇ ਨਾਲ ਸਿੰਬੋਲਿਕ ਵੇ ਨਾਲ ਲਈ ਜਾਂਦੀ। ਅਵਤਾਰਾਂ ਦੀਆਂ ਬਾਹਾਂ ਲੰਮੀਆਂ ਹੁੰਦੀਆਂ, ਕਹਿੰਦੇ ਉਹਨਾਂ ਕੋਲ ਐਕਸਟਰਾ ਐਬਿਲਿਟੀ ਹੁੰਦੀ, ਉਹਨਾਂ ਕੋਲ ਐਕਸਟਰਾ ਜਿਹੜੀ ਹੈ, ਉਹਨਾਂ ਦੇ ਕੋਲ ਕਹਿ ਲਓ ਕਿ ਇੱਕ ਸਟਰੈਂਥ ਹੁੰਦੀ ਹੈ। ਸੋ ਕਵੀ ਜੀ ਬਿਆਨ ਕਰਦੇ ਕਿ ਦ੍ਵਿਗਜ ਜਿਹੜਾ ਦੇਖ ਰਿਹਾ ਵੀ ਉਸ ਬਾਲ ਦੇ ਮੋਢੇ ਵੱਡੇ ਨੇ, ਬਾਹਾਂ ਲੰਮੀਆਂ ਨੇ। ਸੋ ਇਸ ਰੂਪ ਵਿੱਚ ਉਹ ਨਿਹਾਰ ਰਿਹਾ। ਬੁਝ ਅਜਾਨ ਕੰਧ ਸੁਭ ਉੱਚੇ, ਕਰਜ ਅਰੁਣ ਜਿਉ ਨਗ ਹੋਏ ਸੂਚੇ। ਸੁੰਦਰ ਨੌ ਸੁੱਚੇ ਨਗਾਂ ਵਰਗੇ ਲੱਗ ਰਹੇ ਨੇ। ਜਿਹੜੇ ਨੌ ਨੇ ਇਹ ਬੜੇ ਖੂਬਸੂਰਤ ਨੇ। ਅਜੇ ਤੱਕ ਵੀ ਤੁਸੀਂ ਦੇਖੋ, ਜਦੋਂ ਬੱਚਾ ਕਿਤੇ ਜਨਮ ਲੈਂਦਾ ਹੈ, ਜਿਹੜੇ ਕੁਝ ਸਿਆਣੇ ਲੋਕ ਸਾਡੀ ਕਹਿ ਲਓ ਕਿ ਇੱਕ ਤਰੀਕੇ ਦੀ ਕੋਈ ਫਿਜ਼ੀਕਲੀ ਕਿਸੇ ਨੂੰ ਅਸੈਸ ਕਰਨ ਦੀ ਸਮਰੱਥਾ ਰੱਖਦੇ ਹੁੰਦੇ ਸੀਗੇ, ਉਹ ਬੜੇ ਨਹੁੰ ਵਗੈਰਾ ਧਿਆਨ ਨਾਲ ਦੇਖਦੇ ਹੁੰਦੇ ਕਿ ਇਹ ਬਾਲ ਵਰੇਸ ਮਡੋਲੀ ਕਿਵੇਂ ਦੀ ਆਭਾ ਲੈ ਕੇ ਆ ਰਹੀ ਹੈ। ਐਗਜ਼ੈਕਟਲੀ ਬ੍ਰਾਹਮਣ ਇਹੋ ਚੀਜ਼ ਗੁਰੂ ਨਾਨਕ ਮਹਾਰਾਜ ਜੀ ਦੀ ਬਾਲ ਵਰੇਸ ਹਸਤੀ ਦੀ ਦੇਖ ਰਿਹਾ ਹੈ ਜੀ। ਕਰ ਸ਼ਾਖਾ ਇੱਕ ਸਾਰ ਵਿਸਾਲਾ, ਪੁਰ ਆਇਤ ਸੋਭਤ ਸ਼ਬਸ਼ਾਲਾ। ਕਰ ਸ਼ਾਖਾ, ਕਰ ਹੱਥ ਨੂੰ ਕਹਿੰਦੇ ਨੇ, ਤੇ ਹੱਥ ਦੀਆਂ ਸ਼ਾਖਾਵਾਂ ਬ੍ਰਾਂਚਿਸ, ਉਂਗਲੀਆਂ। ਮੋਸਟਲੀ ਕਿਹਾ ਜਾਂਦਾ ਉਂਗਲਾਂ ਜਿਹੜੀਆਂ ਨੇ ਬਰਾਬਰ ਨਹੀਂ, ਇਕਸਾਰ ਨਹੀਂ ਹੁੰਦੀਆਂ, ਉੱਚੀਆਂ ਨੀਵੀਆਂ ਹੁੰਦੀਆਂ ਨੇ। ਪਰ ਕਵੀ ਜੀ ਬਿਆਨ ਕਰਦੇ ਕਿ ਹੱਥ ਦੀਆਂ ਉਂਗਲਾਂ ਜਿਹੜੀ ਨੇ ਬਿਲਕੁਲ ਇੱਕੋ ਜੀਆਂ, ਕਰ ਸ਼ਾਖਾ ਇਕਸਾਰ ਵਿਸਾਲਾ, ਇੱਕੋ ਜੀਆਂ ਲੱਗ ਰਹੀਆਂ ਨੇ। ਇਹਦਾ ਵੀ ਮਤਲਬ ਇਸ ਤਰੀਕੇ ਨਾਲ ਸਮਝ ਲੈਣਾ। ਤੇ ਹੈ ਵੀ ਕਈ ਵਾਰੀ ਕਮਾਲ ਦੀਆਂ ਚੀਜ਼ਾਂ ਨਜ਼ਰਿਆਬ ਹੁੰਦੀਆਂ। ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਗਾਹੇ ਬਗਾਹੇ। ਦੇਖੋ ਬਾਲ ਉਮਰ ਦੇ ਵਿੱਚ ਕੁਦਰਤ ਨੇ ਕੀਤਾ ਇਹ ਕਿ ਇਸ ਬੱਚੇ ਨੂੰ ਚਿਕਨ ਪੌਕਸ ਨਿਕਲ ਆਈ, ਕਿਉਂਕਿ ਅੱਜ ਕੱਲ੍ਹ ਤਾਂ ਖੈਰ ਦਾ ਇਲਾਜ ਵਗੈਰਾ, ਉਹ ਵੈਕਸੀਨ ਵਗੈਰਾ ਸਾਰੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਔਰ ਉਸ ਜ਼ਮਾਨੇ 'ਚ ਤਾਂ ਜੇ ਕੁਛ ਵੀ ਨਹੀਂ ਸੀਗਾ, ਚਿਕਨ ਪੌਕਸ ਨਿਕਲ ਆਈ ਤੇ ਉਸਨੇ ਸਰੀਰ 'ਤੇ ਪੂਰੇ 'ਤੇ ਅਸਰ ਪਾ ਦਿੱਤਾ। ਇੱਕ ਪੂਰੇ ਦਾ ਪੂਰਾ ਹਿੱਸਾ ਚਿਕਨ ਪੌਕਸ ਦੀ ਮਾਰ ਹੇਠ ਆ ਗਿਆ, ਜਿਹਦੇ ਨਾਲ ਬਾਂਹ 'ਤੇ ਲੱਤ 'ਤੇ ਅਸਰ ਹੋਇਆ। ਜਿਸ ਪਾਸੇ ਬਾਂਹ 'ਤੇ ਲੱਤ 'ਤੇ ਅਸਰ ਹੋਇਆ, ਉਸੇ ਪਾਸੇ ਦੀ ਅੱਖ ਜਿਹੜੀ ਹੈ ਉਹ ਬਹਿ ਗਈ, ਮੀਨ ਅੱਖ ਬੰਦ ਹੋ ਗਈ, ਬਿਲਕੁਲ ਉਹਦੀ ਨਜ਼ਰ ਚਲੀ ਗਈ, ਬਿਲਕੁਲ ਕੰਪਲੀਟਲੀ।
ਹੁਣ ਦੇਖਣ ਨੂੰ ਲੱਗਦਾ ਵੀ ਇੱਕ ਅੱਖ ਨਹੀਂ ਹੈ, ਸਾਰਾ ਚਿਹਰਾ ਵੀ ਚੇਚਕ ਨਾਲ ਭਰ ਗਿਆ, ਮਤਲਬ ਦਾਗ ਉਸ ਰੂਪ ਵਿੱਚ ਉਹਦੇ ਜਿਵੇਂ ਟੋਏ ਜੇ ਪੈ ਜਾਂਦੇ ਨੇ, ਉਬੜ ਖੁਬੜ ਹੋ ਜਾਂਦਾ ਸਾਰਾ, ਚਮੜੀ ਉਹ ਸਾਰਾ ਰੂਪ ਹੋ ਗਿਆ। ਪਰ ਉਹਦੀ ਜਿਹੜੀ ਖਾਸੀਅਤ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਰੀ ਪ੍ਰਜਾ ਰਿਆਇਆ ਨੂੰ ਇੱਕ ਅੱਖ ਨਾਲ ਵੇਖਦਾ। ਮੁਰਾਦ ਉਹ ਕਿਸੇ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ, ਵਿਤਕਰਾ ਨਹੀਂ ਕਰਦਾ। ਸਰੀਰਕ ਤੌਰ ਤੇ ਇੱਕ ਚੀਜ਼ ਨਜ਼ਰ ਪੈਂਦੀ, ਸਿੰਬੋਲਿਕ ਵੇ ਨਾਲ ਦੇਖੋਗੇ ਉਹਦੀ ਵਿਆਖਿਆ ਬਣੇਗੀ ਕਿ ਕਿਆ ਕਮਾਲ ਹੈ, ਕੁਦਰਤ ਨੇ ਇੱਕੋ ਜਿਹੇ ਬਣਾ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਇੱਕ ਐਸੀ ਹਸਤੀ ਜਿਨ੍ਹਾਂ ਨੇ ਸਾਰੇ ਲੋਕਾਂ ਨੂੰ ਇੱਕ ਨਜ਼ਰ ਹੋ ਕੇ ਦੇਖਣਾ, ਇੱਕੋ ਜਿਹਾ। ਕਵੀ ਜੀ ਬਿਆਨ ਕਰਦੇ, ਬ੍ਰਾਹਮਣ ਦਿਜ ਉਹਨਾਂ ਦੀਆਂ ਉਂਗਲਾਂ ਦੇਖਦਾ ਤੇ ਉਹਨਾਂ ਐਨ ਇੱਕਸਾਰ ਲੱਗਦੀਆਂ, ਇੱਕੋ ਜਿਹੀਆਂ। ਜ਼ਿਕਰ ਇਸ ਰੂਪ ਵਿੱਚ ਆ ਰਿਹਾ ਕਿ ਕਰ ਸ਼ਾਖਾ ਇਕਸਾਰ ਵਿਸਾਲਾ, ਉਰ ਆਯੂਤ ਸੋਭਤ ਛਬਛਾਲਾ। ਤੇ ਇਸ ਤਰ੍ਹਾਂ ਜਾਣੋ ਜਿਹੜੀ ਛਾਤੀ ਚੌੜੀ ਹੈ ਤੇ ਛਵੀ ਉਹਨਾਂ ਦੀ ਸਾਰੀ ਛਾਤੀ ਤੇ ਸਾਰੇ ਅੰਗਾਂ ਨਾਲ ਬੜੀ ਸ਼ੋਭਨੀਕ, ਬੜੀ ਖੂਬਸੂਰਤ ਲੱਗ ਰਹੀ ਹੈ ਜੀ। ਦਾਹਨ ਕਰਮ ਹੈ ਚਮਰ ਬਨਾਵਾ, ਛਤਰ ਬਾਮ ਮਹਿ ਰੁਚਰ ਸੁਹਾਵਾ। ਦਾਹਨ ਕਰਮੈ ਚਮਰ ਬਨਾਵਾ, ਦਾਹਨ ਦਹਿਨਾ ਹੱਥ, ਜਿਹਨੂੰ ਅਸੀਂ ਸੱਜਾ ਹੱਥ ਕਹਿੰਦੇ ਆ, ਬ੍ਰਿਜ ਭਾਸ਼ਾ 'ਚ ਦਹਿਨ ਕਿਹਾ ਜਾਂਦਾ ਹੈ, ਦਾਹਿਨਾ। ਕਿਹਾ ਕਿ ਦਾਹਨ ਕਰਮਹਿ ਚਮਰ ਬਨਾਵਾ, ਸੱਜੇ ਹੱਥ ਦੇ ਵਿੱਚ ਇੰਝ ਆ ਜਿਵੇਂ ਚਮਰ ਚੌਰ ਦਾ ਨਿਸ਼ਾਨ ਬਣਿਆ ਹੁੰਦਾ ਹੈ, ਹਸਤ ਰੇਖਾਵਾਂ ਵਗੈਰਾ ਇਹਦੀ ਗੱਲ ਕੀਤੀ ਜਾਂਦੀ। ਫਿਰ ਮੈਂ ਬੇਨਤੀ ਕਰਾਂ, ਜਿਸ ਸਮੇਂ ਜ਼ਮਾਨੇ 'ਚੋਂ ਲੰਘ ਰਹੇ ਹੋ, ਇਹ ਜ਼ਮਾਨਾ ਸਮਾਂ ਤਾਂ ਮੈਂ ਹਿਕਮਤ ਦੀ ਗੱਲ ਕੀਤੀ, ਤੁਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖੋਗੇ, ਹਰ ਚੀਜ਼ ਨੂੰ ਬਿਜ਼ਨਸ ਦੇ ਤੌਰ ਤੇ, ਬਿਜ਼ਨਸ ਮਾਡਲ ਦੇ ਤੌਰ ਤੇ ਪ੍ਰਮੋਟ ਕੀਤਾ ਗਿਆ। ਸਪਿਰਿਚੁਅਲਿਟੀ ਕਿੱਡਾ ਵੱਡਾ ਬਿਜ਼ਨਸ ਹੈ। ਮਤਲਬ ਅਨਫੋਰਚੂਨੇਟ ਬਾਤ ਇਹ ਹੈ ਕਿ ਅਸੀਂ ਸਾਰੇ ਹੀ ਉਹਦੇ 'ਚ ਹੁਣ ਉਸੇ ਬਹਾਵ ਵਿੱਚ ਚੱਲ ਰਹੇ ਹਾਂ। ਅਦਰਵਾਈਜ਼ ਆਈ ਹੈਵ ਬੀਨ ਹੇਅਰ ਇਨ ਦਿਸ ਕੰਟਰੀ ਫਰੋਮ ਲਾਸਟ 24 ਈਅਰਸ ਐਂਡ ਇਨ ਐਕਚੁਅਲੀ ਜਿਹੜਾ ਮੇਰਾ ਟਾਈਮ ਆ ਉਸ ਸਮੇਂ ਦੇ ਵਿੱਚ ਹੀ ਆ ਸੋਸ਼ਲ ਮੀਡੀਆ ਡਿਵੈਲਪ ਹੋਇਆ ਆ ਫੇਸਬੁੱਕ ਤੋਂ ਲੈ ਕੇ ਤੇ ਇੰਸਟਾ ਤੇ ਯੂਟਿਊਬ ਤੇ ਜੋ ਕੁਛ ਯੂ ਨੇਮ ਇਟ। ਤੇ ਸਮ ਹਾਓ ਅੰਟਿਲ ਫਰੋਮ 7-8 ਮੰਥਸ ਪਹਿਲਾਂ ਤੱਕ ਮੇਰਾ ਇੱਕ ਵੀ ਸੋਸ਼ਲ ਮੀਡੀਆ ਤੇ ਅਕਾਊਂਟ ਨਹੀਂ ਸੀਗਾ। ਆਈ ਹੈਵਨਟ ਬੀਨ ਇਨ ਔਨ ਸੋਸ਼ਲ ਮੀਡੀਆ ਯੂ ਕੈਨ ਸੇ ਐਟ ਆਲ, ਬਿਲਕੁਲ ਵੀ ਨਹੀਂ ਸੀ, ਬਿਲਕੁਲ ਖਾਸ਼ ਵੀ ਨਹੀਂ ਸੀ ਰੱਖੀ, ਚਾਹਤ ਹੀ ਨਹੀਂ। ਹਾਲਾਂਕਿ ਲੋਕ ਕਹਿੰਦੇ ਭਾਈ ਸਾਹਿਬ, ਮੈਨੂੰ ਪਤਾ ਨਹੀਂ ਕਿੰਨੇ ਲੋਕਾਂ ਨੇ ਅੱਜ ਤੋਂ 8-10 ਸਾਲ ਪਹਿਲਾਂ ਕਿਹਾ, ਭਾਈ ਸਾਹਿਬ ਤੁਸੀਂ ਤੇ ਬਹੁਤ ਲੂਜ਼ ਕਰ ਰਹੇ ਹੋ, ਆ ਜਾਓ ਉਹਦੇ 'ਚ ਬੜਾ ਪੈਸਾ ਆ, ਜਿਹੜਾ ਰਿਲੀਜੀਅਸ ਸਟੱਫ ਆ ਤੇ ਬੜਾ ਹੌਟ ਆ, ਇਹ ਤਾਂ ਲੋਕੀ ਵੇਖਦੇ, ਵਾਚ ਬੜਾ ਕਰਦੇ, ਇਸ ਤਰ੍ਹਾਂ ਕਰਦੇ। ਮਹਿਸੂਸ ਹੁੰਦਾ ਇਹ ਕੋਈ ਬਿਜ਼ਨਸ ਰੇਸ ਨਹੀਂ ਹੈ। ਤੁਸੀਂ ਕਦੀ ਦੇਖੋ, ਮਤਲਬ ਕੋਈ ਕਲਿੱਪ ਪਾ ਦਿੱਤਾ ਧਾਰਮਿਕ ਬੰਦੇ ਦੇ ਬੋਲਦਾ ਹੋਇਆ, ਉਹਦੇ ਉੱਤੇ ਕੁਝ ਪੁੱਠੀ ਸਿੱਧੀ ਗੱਲ ਲਿਖ ਦਿੱਤੀ ਤਾਂ ਕਿ ਇੱਕਦਮ ਲੋਕਾਂ ਨੂੰ ਅਟਰੈਕਟ ਕਰੇ, ਲੋਕੀ ਵੇਖਣ, ਕਲਿੱਕ ਕਰਨ, ਵੱਧ ਵਿਊ ਮਿਲਣਗੇ, ਪੈਸੇ ਬਣਨਗੇ, ਬਿਜ਼ਨਸ ਡਿਵੈਲਪ ਹੋ ਗਿਆ ਸਾਰੇ ਦਾ ਸਾਰਾ। ਹਾਂ, ਲੋੜ ਹੈ ਸਰਮਾਇਆ ਸਭ ਦਾ, ਲੋੜ ਤੋਂ ਬਿਨਾਂ ਗੁਜ਼ਰ ਨਹੀਂ ਹੁੰਦਾ। ਅਸੀਂ ਗੁਰਦੁਆਰੇ ਦੀ ਹਦੂਦ 'ਚ ਬੈਠੇ ਹਾਂ, ਬਿਜਲੀ ਜਗ ਰਹੀ ਹੈ, ਕਾਰਪੇਟ ਦੇ ਉੱਤੇ ਬੈਠੇ ਹਾਂ, ਮਾਈਕ ਚੱਲ ਰਿਹਾ, ਇਲੈਕਟ੍ਰੀਸਿਟੀ ਦੀ ਸਪਲਾਈ ਆ ਰਹੀ, ਸਾਰੀ ਐਵਰੀਥਿੰਗ ਇਜ਼ ਐਕਚੁਅਲੀ, ਸਾਰੇ ਤਾਂ ਬਿੱਲ ਆ, ਪੇ ਕਰਨਾ ਹੈ। ਪਰ ਇੰਨੀ ਕਿਤੇ ਕਾਮਨ ਸੈਂਸ ਹੁੰਦੀ ਹੈ, ਅਸੀਂ ਉਹ ਡੋਨੇਸ਼ਨ ਕਰਦੇ ਹਾਂ, ਉਹਦੇ ਸਦਕਾ ਚੀਜ਼ਾਂ ਹੁੰਦੀਆਂ ਨੇ। ਇਹਨੇ ਬਿਨ ਜਿਹੜਾ ਸ਼ਖਸ ਧਾਰਮਿਕ ਤੌਰ 'ਤੇ ਕੁਝ ਸਮਾਂ ਆਪਣਾ ਸਪੈਂਡ ਕਰਦਾ, ਉਹਦੀਆਂ ਕੁਝ ਲੋੜਾਂ ਨੇ, ਉਹਨਾਂ ਲੋੜਾਂ ਨੂੰ ਸੰਗਤ ਐਡਰੈਸ ਕਰੇ, ਇਹ ਜ਼ਰੂਰੀ ਹੈ ਉਹ ਸਭ ਚੀਜ਼ਾਂ। ਪਰ ਇਹ ਹੈ ਵੀ ਸਿਰਫ ਇੱਕੋ ਹੀ ਬੰਦੇ ਦਾ ਮਕਸਦ ਰਹਿ ਗਿਆ ਵੀ ਸਿਰਫ ਸਰਮਾਏਦਾਰੀ ਇਕੱਠਾ ਕਰਨੀ ਹੈ, ਮਾਇਆ ਇਕੱਠੀ ਕਰਨੀ ਹੈ, ਨੇਮ ਤੇ ਫੇਮ ਬਣਾਉਣਾ ਹੈ, ਇਹੀ ਚੀਜ਼। ਇਹ ਸਾਰੇ 'ਚ ਇੱਕ ਵੱਡਾ ਨੁਕਸਾਨ ਹੋਏਗਾ, ਹੋ ਸਕਦਾ ਹੈ ਧਰਮ ਖਤਮ ਹੋ ਜਾਏ, ਇਹ ਪੋਸੀਬਿਲਿਟੀ ਹੈ। ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਜਿਵੇਂ ਮੈਂ ਬਿਆਨ ਕੀਤਾ ਕਿ ਬਹੁਤ ਸਾਰੀ ਚੀਜ਼ ਵਿੱਦਿਆ ਤਾਲੀਮ ਵਿੱਚ ਆਉਂਦੀ ਹੈ। ਆ ਜਿਹੜੀਆਂ ਰੇਖਾਵਾਂ ਨੇ ਸਾਡੇ ਹੱਥ ਦੀਆਂ, ਹਰ ਇੱਕ ਦੀਆਂ ਯੂਨੀਕ ਨੇ। ਦੁਨੀਆ ਪੱਧਰ 'ਤੇ ਜਿਹੜੀ ਸਿਕਿਉਰਿਟੀ ਹੈ, ਸਿਕਿਉਰਿਟੀ ਟਾਈਟ ਕੀਤੀ ਜਾਂਦੀ ਹੈ ਜਦੋਂ, ਉਹ ਕਿਵੇਂ ਕੀਤੀ ਜਾਂਦੀ ਹੈ? ਦੋ ਹੀ ਚੀਜ਼ਾਂ ਨੇ, ਇੱਕ ਸਾਡੀ ਅੱਖ ਦਾ ਰਿਟਾਇਨਾ ਤੇ ਸੈਕਿੰਡ ਨੰਬਰ 'ਤੇ ਸਾਡੀਆਂ ਜਿਹੜੀਆਂ ਫਿੰਗਰਸ ਦੇ ਵਿੱਚ ਲਾਈਨਾਂ ਨੇ, ਇਹ ਸਾਰੀਆਂ ਦੀਆਂ ਯੂਨੀਕ ਨੇ। ਜਦੋਂ ਤੁਸੀਂ ਰੱਖੋਗੇ ਆਹ ਜਿਹੜੇ ਫੋਨਸ ਵਗੈਰਾ ਨੇ ਅੱਖਾਂ ਦੇ ਨਾਲ ਚੱਲਦੇ, ਕਿਉਂਕਿ ਉਹਦੇ ਨਾਲ ਹੋਰ ਕਿਸੇ ਦੀਆਂ ਅੱਖਾਂ ਖੋਲ੍ਹ ਨਹੀਂ ਸਕਦੀਆਂ। ਯੂਨੀਕ ਆਈਡੈਂਟੀਟੀ ਹੈ ਤੁਹਾਡੀ ਉਹਦੇ ਵਿੱਚ, ਇਨ ਬਿਨ ਯੂਨੀਕ ਆਈਡੈਂਟੀਟੀ ਤੁਹਾਡੇ ਹੱਥਾਂ ਦੇ ਵਿੱਚ। ਹੱਥ ਲਾਓਗੇ, ਸਾਡਾ ਗੁਆਂਢੀ ਮੁਲਕ ਆ ਜਿਹਨੂੰ ਅਸੀਂ ਬਾਇਓਮੈਟ੍ਰਿਕਸ ਕਹਿ ਰਹੇ ਹਾਂ ਅੱਜ ਕੱਲ੍ਹ, ਕੈਨੇਡਾ ਦੇ ਅੰਦਰ ਬੜੀ ਬਾਅਦ ਸ਼ੁਰੂ ਕੀਤੇ, ਉਹਨੇ ਕਦੋਂ ਦੇ ਸ਼ੁਰੂ ਕੀਤੇ? ਹੱਥ ਰੱਖੋ, ਨਾਲ ਦੀ ਨਾਲ ਐਕਸੈਸ ਮਿਲ ਜਾਏਗਾ, ਕਿ ਸਾਰੀ ਇਨਫੋਰਮੇਸ਼ਨ ਜਨਰੇਟ ਹੋ ਜਾਏਗੀ। ਸੋ ਇਹ ਚੀਜ਼ਾਂ ਦੀ ਇਹਦੀ ਵਿੱਦਿਆ ਰਹੀ, ਤਾਲੀਮ ਰਹੀ, ਲੋਕੀ ਪੜ੍ਹਦੇ ਸਮਝਦੇ ਰਹੇ ਵੀ ਕਿ ਇਹੋ ਜਿਹੀ ਹਸਤ ਰੇਖਾ ਕਿਵੇਂ ਹੁੰਦੀ ਆ, ਕਿਵੇਂ ਹੁੰਦੀ ਹੈ। ਪਰ ਹੋਇਆ ਕਿ ਇਸ ਸਾਰੇ ਦੇ ਨਾਲ ਲੋਕਾਂ ਨੂੰ ਢੋਰਾ ਬਣਾ ਕੇ ਲੁੱਟਣਾ, ਠੱਗਣਾ, ਐਕਸਪਲੋਇਟੇਸ਼ਨ, ਇਹ ਸਾਰੀ ਕੀਤੀ ਗਈ। ਪਰ ਇੱਥੇ ਜਿਹੜੀ ਬਾਤ ਕੀਤੀ
ਕਵੀ ਜੀ ਉਸ ਰੂਪ ਵਿੱਚ ਬਿਆਨ ਕਰਦੇ ਕਿ ਹਕੀਕਤ ਇਹ ਬਣੀ ਹੈ ਕਿ ਦਾਹਨ ਕਰਮੈ ਚਮਰ ਬਨਾਵਾ। ਦਾਹਿਨੇ ਹੱਥ ਨੂੰ ਜਦੋਂ ਦੇਖਦਾ ਤੇ ਕਹਿੰਦਾ ਲਕੀਰਾਂ ਨਹੀਂ ਗਈਆਂ, ਇੰਜ ਲੱਗਦਾ ਹੈ ਜਿਵੇਂ ਲਕੀਰਾਂ ਦੇ ਵਿੱਚ ਚੌਰ ਬਣਿਆ ਹੁੰਦਾ, ਕੋਈ ਬੜੇ ਸਤਕਾਰ ਦੀ ਹਸਤੀ ਜਿਵੇਂ ਇਸ ਨੂੰ ਪ੍ਰਾਪਤ ਹੋਣੀ ਹੈ। ਤੇ ਕਹਿਣ ਲੱਗਾ ਕਿ ਛਤਰ ਬਾਮ ਮਹਿ ਰੁਚਿਰ ਸੁਹਾਵਾ। ਜਦੋਂ ਮੈਂ ਦੂਜੇ ਖੱਬੇ ਹੱਥ ਨੂੰ ਦੇਖਦਾ ਤੇ ਇੰਜ ਲੱਗਦਾ ਹੈ ਕਿ ਉਹਦੇ 'ਚ ਕੋਈ ਬਹੁਤ ਸੋਹਣਾ ਛਤਰ ਸੋਭ ਰਿਹਾ ਹੋਏ। ਚੌਰ ਤੇ ਛਤਰ ਬਾਦਸ਼ਾਹਤ ਦਾ ਪ੍ਰਤੀਕ ਹੈ। ਸਾਡੇ ਘਰ ਦੇ ਵਿੱਚ ਗੁਰੂ ਤੋਂ ਵੱਡੀ ਹਸਤੀ ਕੋਈ ਨਹੀਂ ਗੀ। ਸਾਡੇ ਸਾਹਮਣੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਮਹਾਰਾਜੇ, ਉਹ ਵੀ ਕੋਈ ਵੁਕਤ ਨਹੀਂ ਰੱਖਦੇ। ਇਹੀ ਗੁਰੂ ਨਾਨਕ ਸਾਹਿਬ ਦੀ ਪਾਵਨ ਹਸਤੀ ਏ, ਜਿਨ੍ਹਾਂ ਨੂੰ ਕਦੀ ਬਾਬਰ ਨੇ ਆ ਕੇ ਮੱਥਾ ਟੇਕਣਾ, ਕਦੀ ਸਿਕੰਦਰ ਲੋਧੀ ਨੇ ਆ ਕੇ ਨਿਭ ਜਾਣਾ ਆ, ਤੇ ਸਮਾਂ ਆਵੇਗਾ ਅਕਬਰ ਵਰਗਾ ਬਾਦਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਸਾਹਮਣੇ ਆ ਕੇ ਉਹਨਾਂ ਦੀ ਸਫ ਦੇ ਵਿੱਚ ਪੁੰਜੇ ਥੱਲੇ ਬੈਠੇਗਾ। ਇਹ ਹੈ ਬਾਦਸ਼ਾਹਾਂ ਦਾ ਬਾਦਸ਼ਾਹ। ਇਹਦੀ ਕੁਝ ਬਾਤ ਕਵੀ ਜੀ ਕਰ ਰਹੇ ਨੇ। ਕਹਿੰਦੇ ਕਿ ਦ੍ਵਿਜ ਨੂੰ, ਬ੍ਰਾਹਮਣ ਨੂੰ ਲੱਗ ਰਿਹਾ ਹੈ ਕਿ ਇਹ ਉਹ ਹਸਤੀ ਆ ਗਈ ਹੈ ਜਿਹਦੇ ਸਿਰ ਤੇ ਚੌਰ ਤੇ ਛਤਰ ਝੁੱਲੇਗਾ ਜੀ। ਕੋਮਲ ਗੋਲ ਕਪੋਲ ਸੁਹਾਵਨਾ, ਉਨਤ ਨਾਸਿਕਾ ਮੋਦ ਬਢਾਵਨਾ। ਸੱਚ ਇਹ ਹੈ ਕਿ ਕੋਮਲ ਗੋਲ ਕਪੋਲ ਸੁਹਾਵਨ, ਜਿਹੜੀਆਂ ਕੋਮਲ ਗੱਲਾਂ ਨੇ ਇਹ ਬੜੀਆਂ ਗੋਲ ਮਟੋਲ ਸੁੰਦਰ ਲੱਗਦੀਆਂ ਨੇ। ਨੱਕ ਬੜਾ ਉੱਚਾ, ਜਿਹਨੂੰ ਉੱਚਾ ਨੱਕ ਅਸੀਂ ਕਹਿੰਦੇ ਹਾਂ ਸ਼ੋਭ ਸੋਹਣਾ ਲੱਗਦਾ ਆ। ਕਵੀ ਜੀ ਬਿਆਨ ਕਰ ਰਹੇ ਉਸ ਵਿੱਚ ਉਨਤ ਨਾਸਕਾ ਮੋਦ ਬਢਾਵਨ। ਸਾਰੀ ਸੁੰਦਰਤਾ ਦੇ ਵਿੱਚ ਜਿਹੜੀ ਨੱਕ ਦੀ ਉਚਾਈ ਹੈ, ਬਾਬਾ ਨਾਨਕ ਜੀ ਦੇ ਉਸ ਬਾਲ ਬਟੇਸ਼ ਮਡੋਲੀ ਦੇ ਵਿੱਚ ਸਭ ਤੋਂ ਜ਼ਿਆਦਾ ਉਹਦੀ ਸ਼ੋਭਾ ਵਧਾ ਰਹੀ ਹੈ ਜੀ। ਆਦਮ ਚੰਦਰਾਕਾਰ ਲਿਲਾਰੰ, ਧਨ ਪੇ ਕੁਟੀ ਸੁਕਰੰਚ ਬਿਨ ਵਾਰੰ। ਕਿਆ ਬਾਤ ਹੈ। ਕਵੀ ਜੀ ਕੋਈ ਚੀਜ਼ ਐਸੀ ਛੱਡਣੀ ਨਹੀਂ ਚਾਹੁੰਦੇ ਜਿਹੜੀ ਦਰਸਾਈ ਨਾ ਜਾ ਸਕੇ। ਉਹ ਬਿਆਨ ਕਰਦੇ ਕਿ ਜਦੋਂ ਗੁਰੂ ਨਾਨਕ ਮਹਾਰਾਜ ਜੀ ਦੇ ਉਸ ਬਾਲ ਅਵਸਥਾ ਦੇ ਵਿੱਚ ਉਹਨਾਂ ਦੇ ਮੱਥੇ ਨੂੰ ਦੇਖਿਆ ਜਾਂਦਾ ਹੈ, ਅਰਧੰਗ ਚੰਦਰਾਕਾਰ ਲੀਲਾਰੰਗ, ਜਿਵੇਂ ਚੰਦਰਮਾ ਅੱਧਾ ਹੁੰਦਾ ਨਾ ਇਸ ਰੂਪ ਦੇ ਵਿੱਚ, ਬਿਲਕੁਲ ਮੱਥੇ ਦੀ ਗੁਲਾਈ ਬਿਲਕੁਲ ਐਵੇਂ ਲੱਗਦੀ ਹੈ ਜਿਵੇਂ ਅੱਧਾ ਚੰਦਰਮਾ ਬਣਿਆ ਹੋਏ ਇਸ ਰੂਪ ਵਿੱਚ। ਇਸ ਨਾਲ ਇੰਨਾ ਸੋਹਣਾ ਮੱਥੇ ਦਾ ਆਕਾਰ ਬਣਿਆ ਹੈ। ਧਨ ਤ੍ਰਿਕੁਟੀ ਸੰਕਰੁਚ ਬਿਨ ਬਾਰੰਗ, ਜਿਹੜੀ ਪ੍ਰਵੱਟੇ ਨੇ, ਜਿਹੜੀ ਖਾਸ ਕਰਕੇ ਤ੍ਰਿਕੁਟੀ ਆ ਪ੍ਰਵੱਟਿਆਂ ਦੇ ਵਿੱਚ ਵਾਲੀ ਹੈ, ਇਹ ਪ੍ਰਵੱਟੇ ਨਹੀਂ ਗਏ। ਇਸ ਤਰ੍ਹਾਂ ਲੱਗਦਾ ਜਿਵੇਂ ਬਿਲਕੁਲ ਪੂਰੀ ਕਿਸੇ ਨੇ ਕਮਾਨ ਬਣਾ ਦਿੱਤੀ ਹੋਏ। ਇਤਨੇ ਗੋਲਾਕਾਰ ਉਹ ਪ੍ਰਵੱਟੇ ਸਰੂਪ ਵਿੱਚ ਬਣਾ ਕੇ ਤੇ ਮੱਥੇ ਦੇ ਵਿੱਚ ਇਸ ਕਿਸਮ ਦੇ ਨਾਲ ਉਹਨਾਂ ਨੂੰ ਲਿਆਂਦਾ ਆ ਵੀ ਬੜੇ ਖੂਬਸੂਰਤ ਉਹਨਾਂ ਦੀਆਂ ਭੌਵਾਂ, ਉਹਨਾਂ ਦਾ ਜਿਹੜਾ ਮੱਥਾ ਆ ਉਹ ਬੜਾ ਸੁੰਦਰ, ਬੜਾ ਆਭਾ ਮੰਡਤ ਹੋ ਰਿਹਾ ਹੈ ਜੀ। ਸੁਨ ਕਾਲੂ ਸੁਤ ਤੋਹੇ ਵਿਚਛਨ, ਇਸ ਮਹਿ ਲਖਿਅਤ 32 ਲਛਨ। ਕਹਿੰਦੇ ਨੇ ਬ੍ਰਾਹਮਣ ਨੇ ਸਾਰਾ ਚੰਗੀ ਤਰ੍ਹਾਂ ਬਾਬਾ ਨਾਨਕ ਜੀ ਦੇ ਉਸ ਬਾਲ ਰੂਪ ਨੂੰ ਨਿਹਾਰਨਾ ਕੀਤਾ। ਨਿਹਾਰ ਕੇ ਆਪਣੇ ਵੱਲੋਂ ਬਾਬਾ ਕਾਲੂ ਜੀ ਦੇ ਸਾਹਮਣੇ ਗੱਲ ਰੱਖੀ। ਸੁਨ ਕਾਲੂ ਸੁਤ ਤੋਹੇ ਵਿਚਖਣ। ਕਾਲੂ ਤੇਰੇ ਬੱਚਾ ਆਮ ਬੱਚਿਆਂ ਵਰਗਾ ਬੱਚਾ ਨਹੀਂਗਾ। ਇਹਦੇ ਸਾਰੇ ਹਾਵ ਭਾਵ, ਜਿਹੜੇ ਅੰਗ ਰੰਗ ਨੇ ਸਾਰੇ, ਇਹ ਵਿਚਖਣ, ਇਹ ਬੜੇ ਹੈਰਾਨ ਕਰਨ ਵਾਲੇ ਨੇ, ਬੜੇ ਕਮਾਲ ਨੇ। ਇਸ ਮੈਂ ਲਖਿਅਤ 32 ਲੱਛਣ। 32 ਲੱਛਣ ਕਹਿੰਦੇ ਨੇ ਹਿਊਮਨ ਪਰਸਨੈਲਿਟੀ ਦੇ 16 ਸੁੰਦਰਤਾ ਦੇ ਨਿਸ਼ਾਨ ਨੇ, ਪਰ 16 ਹੀ ਜਿਹੜੇ ਨੇ ਉਹ ਬਹਿਰੂਨੀ ਨੇ ਤੇ 16 ਹੀ ਅੰਤਰੀਵ ਨੇ। ਸੋ ਇਹਦੇ ਅੰਦਰ ਤੇ ਬਾਹਰ ਇੰਜ ਲੱਗਦਾ ਹੈ 32 ਦੇ 32 ਲੱਛਣ ਇਹਦੇ ਮਹਾਂਪੁਰਖਾਂ ਵਾਲੇ ਬੜੇ ਸੁੰਦਰ ਆਭਾ ਮੰਡਤ ਹੋ ਰਹੇ ਨੇ। ਸੋ ਪੰਡਤ ਇਸ ਰੂਪ ਦੇ ਵਿੱਚ ਬਾਬਾ ਕਾਲੂ ਜੀ ਨੂੰ ਗੁਰੂ ਨਾਨਕ ਮਹਾਰਾਜ ਦੀ ਸਤੁਤੀ ਕਰਕੇ ਸੁਣਾਉਂਦਾ ਹੈ ਜੀ। ਕਰ ਤਰਵਾ ਇਹ ਊਰਦ ਆਈ, ਧਨ ਬਹੁ ਆਏ ਰੱਖੇ ਢਿਗ ਨਾਹੀ। ਪਰ ਹਾਂ, ਨਾਲ ਦੀ ਨਾਲ ਜੋ ਆਉਣ ਵਾਲੇ ਸਮੇਂ ਦੀ ਬਾਤ ਆ ਉਹਦੀ ਵੀ ਥੋੜੀ ਥੋੜੀ ਚਰਚਾ ਹੋ ਰਹੀ ਹੈ ਕਿ ਕਰ ਤਰਵਾ ਇਹ ਉਰਦ ਆਈ। ਪਰ ਇਹਦੇ ਜਿਹੜੇ ਹੱਥ ਨੇ, ਹੱਥਾਂ ਦੀ ਤਲੀ ਇਹਦੀ ਬੜੀ ਉਭਰੀ ਹੋਈ ਹੈ। ਇਹਦਾ ਆਪ ਨੂੰ ਪਤਾ ਹੋਏ, ਮੈਂ ਤੇ ਫੋਕਲੋਰ 'ਚ ਹੀ ਪੜ੍ਹਿਆ ਕਾਫੀ ਕੁਛ ਇਹਦੇ ਬਾਰੇ, ਕਿ ਜਿਹੜੇ ਹੱਥ ਦੀ ਬਣਤਰ ਆ ਜਾਂ ਪੈਰਾਂ ਦੀ ਬਣਤਰ ਆ, ਹੁਣ ਪੈਰ ਦੀ ਬਣਤਰ ਦੇ ਵਿੱਚ ਕਹਿੰਦੇ ਡੂੰਘੀ ਤਲੀ ਹੋਣੀ ਇਸ ਰੂਪ ਵਿੱਚ ਬੜੀ ਜ਼ਰੂਰੀ ਹੈ। ਜਦੋਂ ਅਸੀਂ ਅੱਜ ਦੇ ਫਿਜ਼ੀਕਲ ਸਾਈਡ ਤੋਂ ਦੇਖਦੇ ਹਾਂ, ਜਿੱਥੇ ਪੈਰ ਬਿਲਕੁਲ ਸਮਤਲ ਹੋਏ ਤੁਰਨਾ ਤੇ ਭੱਜਣਾ ਹਾਰਡ ਹੁੰਦਾ ਹੈ, ਜਿੱਥੇ ਪੈਰ 'ਚ ਕਰਵ ਡੂੰਘੀ ਹੋਏ ਉੱਥੇ ਨੱਠ ਭੱਜ ਵਧੀਆ ਹੁੰਦੀ। ਕਹਿੰਦੇ ਜਿਹਦੀ ਪੈਰ ਦੀ ਕਰਵ ਚੰਗੀ ਹੋਏ ਉਹ ਜਿਹੜਾ ਪੈਰ ਦੀ ਚਾਲ 'ਚ ਤਿੱਖਾ ਹੋਏਗਾ, ਤਿੱਖਾ ਹੋਏਗਾ, ਉਹ ਜਲਦੀ ਦੇ ਨਾਲ ਹਰ ਕੰਮ ਨੂੰ ਨਿਬੇੜੇਗਾ, ਉਹ 'ਚ ਤਿੱਖਾਪਨ ਹੋਏਗਾ। ਤੇ ਇਹ ਡੈਫੀਨੇਟਲੀ ਹੋਏਗੀ ਕਿਉਂਕਿ ਉਹਦੀ ਚਾਲ ਉਸ ਰੂਪ ਵਿੱਚ ਹੋਏਗੀ। ਇੱਥੇ ਅਸੀਂ
ਜਦੋਂ MBAs ਵਗੈਰਾ ਦੇ ਕੋਰਸ ਵਗੈਰਾ ਦੇਖਦੇ ਆ ਨਾ, ਉਹਨਾਂ ਜਦੋਂ ਦਿਖਾਇਆ ਜਾਂਦਾ ਕਿ ਬਿਜ਼ਨਸ ਵਿੱਚ ਤੁਸੀਂ ਬੰਦਿਆਂ ਨੂੰ ਹਾਇਰ ਕਰਨਾ ਹੈ, ਉਹਨਾਂ ਨੂੰ ਵਰਕ ਫੋਰਸ ਰੱਖਣੀ ਹੈ, ਅਤੇ ਉਹਨਾਂ ਦੇ ਬਾਬਤ ਕਹਿੰਦੇ ਜਦੋਂ ਉਹਨਾਂ ਦੀ ਸਭ ਤੋਂ ਪਹਿਲੀ ਚੀਜ਼ ਦੇਖਣੀ ਹੈ ਕਿ ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਕਿਵੇਂ ਦੀ ਹੈ। ਉਹਦੇ ਵਿੱਚ ਜਿਹੜੀ ਮੇਨ ਚੀਜ਼ ਨੋਟ ਕਰਨੀ ਹੈ, ਹਾਊ ਦੇ ਆਰ ਹਾਊ ਦੇ ਐਕਚੁਅਲੀ ਵਾਕਿੰਗ ਟੂਵਰਡ ਜਿਹੜਾ ਹੈ ਇੰਟਰਵਿਊ ਵਾਸਤੇ ਜਿਹੜੀ ਚੇਅਰ ਆ ਰਹੀ ਉਹਦੇ ਵੱਲ ਨੂੰ ਵਾਕ ਕਿਵੇਂ ਕਰ ਰਹੇ ਨੇ, ਦੇਖੋ ਉਹਨੂੰ। ਜੇ ਉਹ ਵਾਕ ਕਰਨ ਲੱਗਿਆ ਬੜਾ ਢਿੱਲਾ ਮੱਠਾ ਹੈ, ਪੈਰ ਖੋਲ੍ਹ ਕੇ ਐਵੇਂ ਸੱਜੇ ਖੱਬੇ ਰੱਖ ਰਿਹਾ, ਇਹਦਾ ਮਤਲਬ ਕੰਮ ਵੀ ਐਵੇਂ ਦੇ ਹੋਏਗਾ। ਪਹਿਲੇ ਧਿਆਨ ਦੇ ਲਓ। ਇਸ ਲਈ ਬੱਚਿਆਂ ਨੂੰ ਕਿਹਾ ਜਾਂਦਾ ਜਦੋਂ ਪੈਰ ਰੱਖਣਾ ਹੈ ਬਿਲਕੁਲ ਸਾਵਾ ਸਿੱਧਾ ਰੱਖਣਾ ਹੈ। ਜਿਵੇਂ ਤੁਸੀਂ ਤੁਰ ਰਹੇ ਹੋ ਨੱਕ ਦੀ ਸੀਧੇ ਸਟ੍ਰੇਟ ਪੈਰ ਰੱਖਣਾ ਹੈ, ਅਤੇ ਸਟ੍ਰੇਟ ਪੈਰ ਤਾਂ ਰੱਖਿਆ ਤਾਂ ਪੈਰ ਦੀ ਬਣਤਰ ਉਵੇਂ ਹੋਏ। ਦੂਸਰਾ, ਪੈਰ ਅੱਡੀ ਤੋਂ ਰੱਖਣਾ, ਪਹੁੰਚੇ ਤੱਕ ਰੱਖ ਕੇ ਚੱਕ ਕੇ ਦੁਬਾਰਾ ਫਿਰ ਅੱਡੀ ਤੋਂ ਰੱਖ ਕੇ ਪਹੁੰਚੇ ਤੱਕ ਰੱਖਣਾ, ਨਾ ਬਿਲਕੁਲ ਅਗਲੇ ਪਹੁੰਚਿਆਂ 'ਤੇ ਤੁਰਨਾ, ਨਾ ਅੱਡੀਆਂ 'ਤੇ ਤੁਰਨਾ। ਇਹਦੇ ਨਾਲ ਤੁਸੀਂ ਲੰਬਾ ਨਹੀਂ ਤੁਰ ਸਕਦੇ। ਜੇ ਤੁਸੀਂ ਸਹੀ ਰੂਪ ਦੇ ਵਿੱਚ ਲੰਮੇਰਾ ਤੁਰਨਾ, ਤੁਹਾਨੂੰ ਇਹ ਪ੍ਰੋਪਰ ਪੈਰ ਰੱਖਣਾ ਪਏਗਾ। ਅੱਛਾ, ਸਮ ਟਾਈਮ ਵੀ ਥਿੰਕ ਇਟਸ ਨੋਟ ਅ ਬਿਗ ਡੀਲ, ਇਹ ਕੋਈ ਵੱਡੀ ਚੀਜ਼ ਨਹੀਂ ਹੈ। ਇਸ ਤਰੀਕੇ ਦੇ ਵਿੱਚ ਡੀਪ ਐਂਡ 'ਤੇ ਦੇਖੋਗੇ, ਹਰ ਛੋਟੀ ਤੋਂ ਛੋਟੀ ਚੀਜ਼ ਤੁਹਾਡੀ ਪਰਸਨੈਲਿਟੀ ਦੇ ਵਿੱਚ ਵੱਡਾ ਰੋਲ ਪਲੇ ਕਰਦੀ ਹੈ। ਇੱਥੋਂ ਤੱਕ ਕਿ ਤੁਹਾਡਾ ਇਸ ਰੂਪ ਦੇ ਵਿੱਚ ਦਿਖਣਾ, ਵਿਚਰਨਾ, ਸਭ ਬੜੀਆਂ ਸਾਰੀਆਂ ਚੀਜ਼ਾਂ ਤੁਸੀਂ ਨੋਟ ਕਰੋਗੇ। ਮੈਂ ਐਜ਼ ਏ ਕਾਉਂਸਲਰ ਕੰਮ ਕਰਦਾ, ਵਰ੍ਹਿਆਂ ਦੇ ਵਰ੍ਹੇ ਹੋ ਗਏ। ਖਾਸ ਰੂਪ ਦੇ ਵਿੱਚ ਜਦੋਂ ਅਸੀਂ ਕਪਲ ਕਾਉਂਸਲਿੰਗ ਕਰਦੇ ਹੈਗੇ ਆ, ਜਿਹੜੀਆਂ ਹਸਬੈਂਡ ਵਾਈਫ ਦੇ ਵਿੱਚ ਜਿਹੜਾ ਖਾਸ ਕਰ ਦੇਖਦੇ ਆ ਇਸ਼ੂਜ਼, ਉਹਨਾਂ ਦੇ ਦੇਖੋ ਜਿਹੜੇ ਰਿਸ਼ਤੇ ਹੁੰਦੇ ਨੇ ਇੱਥੇ ਉਹ ਫਿਜ਼ੀਕਲ ਅਟਰੈਕਸ਼ਨ ਤੋਂ ਸ਼ੁਰੂ ਹੁੰਦੇ ਨੇ, ਅਤੇ ਫਿਜ਼ੀਕਲ ਅਟਰੈਕਸ਼ਨ ਜਿਹੜੀ ਹੈ ਇਹ ਅਨਫੋਰਚੂਨੇਟ ਹੈ ਕਿ ਇਹਦੀ ਨਿਊਨੈਸ ਜਿਹੜੀ ਹੈ ਇਹ ਲੌਂਗ ਲਾਸਟ ਨਹੀਂ ਹੁੰਦੀ, ਇਹ ਖਤਮ ਹੋ ਜਾਂਦੀ ਛੇਤੀ। ਇਹ ਤਾਂ ਜਸਟ ਐਵੇਂ ਹੈ ਕਿ ਫਿਜ਼ੀਕਲ ਹੈ ਕੀ ਹੈ, ਜਸਟ ਇੱਕ ਬਾਹਰ ਦੀ ਕਹਿ ਲਓ ਲੀਪਾ ਪੋਤੀ ਹੈ ਜਾਂ ਬਾਹਰ ਦੀ ਪੈਕਿੰਗ ਆ। ਅਤੇ ਪੈਕਿੰਗ ਯਕੀਨਨ ਤੌਰ 'ਤੇ ਜਿਹੜਾ ਇਨਸਾਨ ਆ ਉਹਦੀ ਸੂਰਤ ਤੋਂ ਜ਼ਿਆਦਾ ਉਹਦੀ ਸੀਰਤ ਕੰਮ ਕਰਦੀ ਹੈ। ਸੂਰਤ ਦਾ ਸੋਹਣਾ ਹੋਣਾ, ਸੂਰਤ ਦਾ ਨਿਹਾਰਨਾ, ਸੂਰਤ ਦਾ ਨਜ਼ਰਿਆਬ ਹੋਣਾ, ਇਹ ਕੰਮ ਕਰਦਾ, ਪਰ ਸੀਰਤ ਦੇ ਸਦਕਾ ਕੰਮ ਕਰਦਾ। ਪਰ ਜੇ ਧਿਆਨ ਨਾਲ ਦੇਖੀਏ ਉਸ ਸੂਰਤ ਦੇ ਵਿੱਚ ਵਕਤ ਦੇ ਨਾਲ ਜੇ ਉਸ ਪਰਸਨੈਲਿਟੀ ਦੇ ਅੰਦਰ ਉਹਦਾ ਤੁਰਨਾ ਫਿਰਨਾ, ਖਾਣਾ, ਹੱਸਣਾ, ਵਿਚਰਨਾ, ਉਹਦੇ 'ਚ ਕੋਈ ਸਲੀਕਾ ਹੈ, ਉਹ ਅਪੀਲ ਕਰਦਾ ਇੱਕ ਦੂਜੇ ਨੂੰ। ਲੋਕੀ ਮੋਸਟਲੀ ਸ਼ਿਕਾਇਤਾਂ ਇਹ ਕਰਦੇ ਨੇ, ਇਹ ਲੱਗਦਾ ਤੇ ਸੋਹਣਾ ਸੀ, ਮੈਨੂੰ ਚੰਗਾ ਲੱਗਦਾ ਸੀ, ਪਰ ਇਹਦੇ 'ਚ ਸਲੀਕਾ ਨਹੀਂ ਨਜ਼ਰ ਪਿਆ। ਉਹ ਕਿਵੇਂ? ਜਦੋਂ ਮੈਂ ਵਰਤਿਆ ਇਹਦੇ ਨਾਲ, ਜਦੋਂ ਮੈਂ ਇਹਦੇ ਨਾਲ ਥੋੜ੍ਹਾ ਸਮਾਂ ਰਿਹਾ, ਉਸ ਤੋਂ ਬਾਅਦ ਉਹ ਸਲੀਕੇਦਾਰੀ ਖਤਮ ਹੋ ਗਈ। ਖੈਰ, ਜਿਹੜਾ ਆਪਣੇ ਆਪੇ ਨੂੰ ਦੇਖਣਾ, ਨਿਹਾਰਨਾ, ਆਪਣੇ ਪਰਸੋਨਾ ਨੂੰ ਹੋਰ ਜ਼ਿਆਦਾ ਬੈਟਰ ਕਰਨਾ, ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਕਰਦੇ, ਆਪਣੇ ਆਪ ਨੂੰ ਬੈਟਰ ਕਰਨਾ, ਗਰੋ ਕਰਨਾ, ਉਸ ਚੀਜ਼ ਤੋਂ ਬੜਾ ਜ਼ਰੂਰੀ ਹੁੰਦਾ। ਇਨ ਬਿਨ ਪੈਰ ਦੇ ਨਾਲ ਹੱਥ ਦੀ ਗੱਲ ਕੀਤੀ ਜਾਂਦੀ। ਹੱਥ ਦੀ ਤਲੀ ਦੀ ਡੂੰਘਾਈ ਜਿਹੜੀ ਹੈ, ਕਹਿੰਦੇ ਜਿੰਨੀ ਡੂੰਘਾਈ ਹੋਏਗੀ ਉਹਨਾਂ ਸਰਮਾਇਆ ਵੱਧ ਆਏਗਾ। ਫੋਕਲੋਰ ਦੀ ਗੱਲ ਹੈ, ਮਿਥ ਆ, ਤੱਥ ਆ, ਆਈ ਹੈਵ ਨੋ ਆਈਡੀਆ, ਪਰ ਇਹ ਚੀਜ਼ਾਂ ਕਹੀਆਂ ਜਾਂਦੀਆਂ। ਇਨ ਬਿਨ ਕਹਿੰਦਾ ਜਿਹੜੀ ਹੱਥ ਦੀ ਉਚਾਈ ਹੈ, ਜੇ ਹੱਥ ਦੀ ਤਲੀ ਉੱਚੀ ਹੋਏ ਤੇ ਕਹਿੰਦੇ ਫਿਰ ਹੱਥ 'ਚ ਭਾਵੇਂ ਜੋ ਮਰਜ਼ੀ ਆ, ਪਰ ਟਿਕੇਗਾ ਨਹੀਂ। ਇੱਥੇ ਕਵੀ ਜੀ ਬਿਆਨ ਕਰਦੇ, ਕਰ ਤਰਵਾ ਇਹ ਉਰਦ ਆਈ, ਇੰਜ ਲੱਗਦਾ ਹੈ ਕਿ ਇਹਦੀ ਤਲੀ ਬੜੀ ਉੱਚੀ ਹੈ, ਉਹਦੇ ਤੋਂ ਧਨ ਤੇ ਬਹੁਤ ਆਏਗਾ, ਪਰ ਇਹਦੇ ਕੋਲ ਠਹਿਰੇਗਾ ਨਹੀਂ। ਧਨ ਬੋ ਆਏ ਰੱਖੈਂ ਡਿੱਗ ਨਾ ਹੀ, ਉਹ ਨਾ ਵਿੱਚ ਟਿਕੇਗਾ ਨਹੀਂ, ਉਹ ਤਲੀ ਉੱਭਰ ਵੀ ਹੋਣ ਕਰਕੇ ਉਹ ਖਿੰਡ ਜਾਏਗਾ ਇੱਧਰ ਉੱਧਰ। ਮੁਰਾਦ ਇਹ ਗੁਰੂ ਨਾਨਕ ਸਾਹਿਬ ਦੀ ਹਸਤੀ, ਜਿਨ੍ਹਾਂ ਨੇ ਜਗਤ ਕਲਿਆਣ ਹਿਤ ਸਭ ਕੁਝ ਵੰਡ ਦੇਣਾ ਆ, ਉਹਦੇ ਕੁਝ ਲਕਸ਼ਣ ਇੱਥੇ ਹੀ ਕਵੀ ਜੀ ਲਿਖ ਰਹੇ ਨੇ ਜੀ। ਪੜਿਓ ਸਮੁੰਦਰਿਕ ਮੈਂ ਬਹੁ ਸੋਧਾ, ਸਭ ਗੁਣ ਸਭ ਇਸ ਮਹਿ ਕਹਿ ਪ੍ਰੋਧਾ। ਕਹਿੰਦੇ ਨੇ ਉਸ ਪ੍ਰੋਹਤ ਨੇ ਬਾਤ ਕਹੀ, ਬ੍ਰਾਹਮਣ ਨੇ ਬਾਤ ਕਹੀ ਕਿ ਮੈਂ ਪੜਿਓ ਸਮੁੰਦਰਿਕ ਮੈਂ ਬਹੁਤ ਸੋਧਾ, ਮੈਂ ਬੜੀਆਂ ਰਚਨਾਵਾਂ ਸਮੁੰਦਰ ਦੇ ਨਮਿੰਦ ਜੋਤਿਸ਼ ਦੀਆਂ, ਹੋਰ ਗ੍ਰੰਥਾਂ ਦੀਆਂ ਪੜ੍ਹੀਆਂ ਨੇ। ਮੈਂ ਐਸਾ ਨਹੀਂਗਾ ਮੈਂ ਵਿਦਿਆ ਦੇ ਸਮੁੰਦਰਾਂ ਦਾ ਢੁੰਡਾਊ ਹਾਂ, ਤੇ ਜੋ ਬਾਤ ਕਹਿ ਰਿਹਾ ਸ਼ੁਭ ਗੁਣ ਸਭ ਮੈਂ ਸਭ ਇਸ ਮੈਂ ਕਹਿ ਪ੍ਰੋਧਾ। ਇਹ ਪ੍ਰੋਹਤ ਕਹਿੰਦਾ ਇਸ ਬੱਚੇ 'ਚ ਮੈਨੂੰ ਸਾਰੇ ਹੀ ਚੰਗੇ ਗੁਣ, ਵਡਿਆਉਣ ਵਾਲੇ ਲੱਛਣ ਨਜ਼ਰ ਪੈ ਰਹੇ ਨੇ ਜੀ। ਮਹਿਮਾ ਅਮਿਤ ਮਨਹਿ ਮਹਿਮਾਨੀ, ਹੈ ਅਵਤਾਰ ਸਤ ਚਿਤ ਜਾਨੀ। ਕਾਲੂ ਇਹ ਚੀਜ਼ ਤੂੰ ਸਤ ਚਿੱਤ ਕਰਕੇ ਜਾਣ, ਅਜਾਈ ਨਾ ਗਿਆਨੀ, ਮੇਰੀ ਗੱਲ ਨੂੰ ਐਵੇਂ ਭੁਲੇਖੇ 'ਚ ਨਾ ਪਾ ਦੀ। ਕਿਆ ਕਿ ਇਹ ਜਿਹੜਾ ਹੈ ਅਵਤਾਰ ਸਤ ਚਿਤ ਜਾਨੀ, ਮਹਿਮਾ ਅਮਿਤ ਮਨੈ ਮਹਿਮਾਨੀ। ਮੈਨੂੰ ਮਹਿਸੂਸ ਹੋ ਗਿਆ ਆ ਕਿ ਇਹਦੀ ਮਹਿਮਾ ਮਹਾਨ ਹੈ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਯਕੀਨਨ ਤੌਰ ਤੇ ਕਾਲੂ ਤੇਰੇ ਘਰ ਦੇ ਵਿੱਚ ਕੋਈ ਅਵਤਾਰੀ ਹਸਤੀ ਆਈ ਹੈ ਜੀ। ਤਿਜ ਦਰਸਾਏ
ਧਾਏ ਢਿਗ ਮਾਤਾ ਦੀਨੋ ਜਾਏ ਸੋ ਸੁੰਦਰ ਤਾਤਾ। ਕਹਿੰਦੇ ਨੇ ਬ੍ਰਾਹਮਣ ਨੇ ਜਦ ਇਹ ਸਭ ਕੁਝ ਦੱਸਿਆ ਤੇ ਤਾਂ ਦਾਈ ਨੇ ਸਾਰੀਆਂ ਗੱਲਾਂ ਮਾਂ ਦੇ ਕੋਲ ਜਾ ਕੇ ਕੀਤੀਆਂ ਤੇ ਉਹਨਾਂ ਨੂੰ ਜਾ ਕੇ ਇਹ ਆ ਸੁੰਦਰ ਬਾਲਕ ਜਿਹੜਾ ਆ ਇਹ ਵਾਪਸ ਫੜਾ ਦਿੱਤਾ। ਦੀਨੋ ਜਾਏ ਸੋ ਸੁੰਦਰ ਤਾਤਾ, ਇਹ ਉਹਨਾਂ ਦਾ ਤਾਤ ਬੇਟਾ ਜਿਹੜਾ ਹੈ ਮਾਤਾ ਤ੍ਰਿਪਤਾ ਦਾ, ਉਹਨੂੰ ਵਾਪਸ ਫੜਾਇਆ ਤੇ ਕੱਲਾ ਪੁੱਤ ਨਹੀਂ ਫੜਾਇਆ। ਜੋ ਕੁਝ ਬ੍ਰਾਹਮਣ ਨੇ ਵਰਣਨ ਕੀਤਾ ਹੈ ਉਸ ਸਾਰੇ ਵਰਣਨ ਨੂੰ ਵੀ ਦਾਈ ਨੇ ਮਾਂ ਤ੍ਰਿਪਤਾ ਦੇ ਕੰਨਾਂ 'ਚ ਪਾਉਣਾ ਕੀਤਾ ਹੈ ਜੀ। ਚੌਪਈ ਨੰਦੀ ਮੁਖੰ ਸਰਾਧ ਕਰਵਾਇਓ ਬੇਦਨ ਵਿਦ ਜਿਉ ਵਿਪਰ ਬਤਾਇਓ। ਕਹਿੰਦੇ ਨੇ ਜਿਵੇਂ ਜਿਵੇਂ ਵਿਪਰ ਨੇ ਸਾਰੀ ਵਿਧੀ ਦੱਸੀ ਮਾਤਾ ਪਿਤਾ ਨੇ ਉਸ ਵਿਧੀ ਨੂੰ ਫੋਲੋ ਕੀਤਾ। ਨੰਦੀ ਮੁਖੰ ਸਰਾਧ ਕਰਵਾਇਓ, ਜਿਹੜਾ ਖਾਸ ਖੁਸ਼ੀਆਂ ਦੇਣ ਵਾਲਾ ਸ਼ਰਾਧ ਹੁੰਦਾ ਹੈ ਆਨੰਦਾਇਕ, ਉਸ ਨੂੰ ਉਹਨਾਂ ਨੇ ਕਰਵਾਉਣਾ ਕੀਤਾ ਜੀ। ਕਾਲੂ ਕਹੈ ਨਾਮ ਸਿਸ ਰਾਖੋ ਵਰਨ ਸੋਧ ਸੁਧ ਮੁਝ ਸੋ ਭਾਖੋ। ਨਾਲ ਹੀ ਬਾਬਾ ਕਾਲੂ ਜੀ ਨੇ ਇਹਦੇ ਵਾਸਤੇ ਇੱਕ ਰਿਕੁਐਸਟ ਕੀਤੀ ਬ੍ਰਾਹਮਣ ਦੇ ਅੱਗੇ, ਉਹਦੇ ਅੱਗੇ ਕਹਿਣ ਲੱਗੇ, ਉਹਨੂੰ ਕਿਹਾ ਕਿ ਮੈਂ ਤਾਂ ਕਾਲੂ ਜੀ ਕਹਿਣ ਲੱਗੇ ਬਾਲਕ ਦਾ ਨਾਮ ਰੱਖੋ ਅੱਖਰ ਸੋਧ ਕੇ, ਕੋਈ ਚੰਗਾ ਅੱਖਰ ਮੈਨੂੰ ਦੱਸੋ। ਕਾਲੂ ਕਹੈ ਨਾਮ ਸਿਸ ਰਾਖੋ ਵਰਨ ਸੋਧ ਸੁਧ ਮੁਝ ਸੋ ਭਾਖੋ, ਮੈਨੂੰ ਕੋਈ ਚੰਗੇਰੇ ਨਾਂ ਦੀ ਜਾਂ ਚੰਗੇਰੇ ਅੱਖਰ ਦੀ ਕੋਈ ਸੁਜੈਸ਼ਨ ਦਿਓ, ਕੋਈ ਸੁਜੈਸਟ ਕਰੋ, ਮੈਨੂੰ ਸਲਾਹ ਦਿਓ ਕਿਸ ਬਾਲਕ ਦਾ ਨਾਮ ਕੀ ਰੱਖਿਆ ਜਾਏ ਜੀ। ਸੁਨ ਕਾਲੂ ਇਸ ਨਾਮ ਅਪਾਰਾ ਹਉ ਰਾਖੋ ਕਰ ਸੋਧ ਵਿਚਾਰਾ। ਜਦੋਂ ਬਾਬਾ ਕਾਲੂ ਜੀ ਨੇ ਇਹ ਬਾਤ ਰੱਖੀ ਹੈ ਉਸ ਰੂਪ ਦੇ ਵਿੱਚ ਬ੍ਰਾਹਮਣ ਦੇ ਅੱਗੇ ਕਿ ਮੈਨੂੰ ਕੋਈ ਨਾਮ ਦੱਸ, ਤੇ ਕਹਿੰਦੇ ਨੇ ਬ੍ਰਾਹਮਣ ਨੇ ਅੱਗੋਂ ਕਿਹਾ ਕਿ ਸੁਨ ਕਾਲੂ ਇਸ ਨਾਮ ਅਪਾਰਾ, ਇਹਦਾ ਨਾਮ ਅਪਾਰ ਹੋਏਗਾ ਕਾਲੂ। ਸੱਚ ਇਹ ਹੈ ਹਉ ਰਾਖੋਂ ਕਰ ਸੋਧ ਵਿਚਾਰਾ, ਮੈਂ ਐਵੇਂ ਹੀ ਤੈਨੂੰ ਨਾਂ ਸੁਜੈਸਟ ਨਹੀਂ ਕਰ ਸਕਦਾ, ਮੈਨੂੰ ਇਹਦੇ ਬਾਰੇ ਕੁਝ ਸੋਧ ਵਿਚਾਰ ਕਰ ਲੈਣ ਦੇ। ਜਿਸ ਨਾਮ ਦੇ ਨਾਲ ਉਸ ਤੋਂ ਬਾਅਦ ਤਵਾਰੀਖ ਬਦਲ ਜਾਣੀ ਹੈ। ਨਾਨਕ ਨਾਮ ਇੱਕ ਯੁੱਗ ਦਾ ਨਾਮ ਹੋ ਜਾਣਾ ਹੈ। ਤੁਸੀਂ ਯੂਰਪੀਅਨ ਲਿਟਰੇਚਰ ਪੜ੍ਹੋ ਨਾ, 15ਵੀਂ ਤੋਂ ਲੈ ਕੇ 18ਵੀਂ ਸਦੀ ਤੱਕ ਦੇ ਕਾਲ ਨੂੰ ਉਹ ਨਾਨਕ ਕਾਲ ਕਹਿੰਦੇ ਨੇ। ਪੂਰੇ ਦਾ ਪੂਰਾ ਸਾਊਥ ਏਸ਼ੀਆ ਇਸ ਨਾਮ ਦੀ ਕਲਾ ਦੇ ਨਾਲ ਬਦਲ ਜਾਂਦਾ ਹੈ। ਸਾਰੇ ਦਾ ਸਾਰਾ ਸੱਭਿਆਚਾਰ ਦੁਨੀਆ ਤੇ ਅੱਜ 5 ਕਹਿੰਦੇ ਨੇ ਮੇਨ ਰੂਪ, 4 ਕਹਿੰਦੇ ਨੇ ਮੇਨ ਰੂਪ ਦੇ ਵਿੱਚ ਜਿਹੜੇ ਆਰਗੇਨਾਈਜ਼ ਰਿਲੀਜੀਅਸ ਸਕੂਲ ਨੇ। ਨੰਬਰ 1 ਤੇ ਡੈਫੀਨਿਟਲੀ ਕ੍ਰਿਸਚੀਅਨਿਟੀ, ਨੰਬਰ 2 ਦੇ ਉੱਤੇ ਡੈਫੀਨਿਟਲੀ ਇਸਲਾਮ ਦੀ ਗੱਲ ਕੀਤੀ ਜਾਂਦੀ ਹੈ, ਨੰਬਰ 3 ਦੇ ਉੱਤੇ ਯਕੀਨਨ ਤੌਰ ਤੇ ਉਹ ਕਹਿੰਦੇ ਨੇ ਕਿ ਜਿਹੜਾ ਹੈਗਾ ਸਨਾਤਨੀ ਜਾਂ ਹਿੰਦੂ ਧਾਰਾ ਦੀ ਬਾਤ ਆਉਂਦੀ ਹੈ। ਨੰਬਰ 4 ਦੇ ਉੱਤੇ ਉਹ ਕਹਿੰਦੇ ਐਗਜ਼ੈਕਟਲੀ ਜਿਹੜਾ ਆ ਸਿੱਖ ਥਾਟ, ਸਕੂਲ ਆਫ ਥਾਟ। ਇਹ ਕੀ ਹੈ? ਨਾਨਕ ਪ੍ਰਸਤਰਾਂ ਦੀ ਬਾਤ ਆ। 400-500 ਸਾਲ ਇਤਿਹਾਸ ਵਿੱਚ ਕੋਈ ਬਹੁਤ ਵੱਡੇ ਸਾਲ ਨਹੀਂ ਹੁੰਦੇ, ਇਹ ਤੇ ਕੱਲ੍ਹ ਦੀਆਂ ਗੱਲਾਂ ਨੇ। ਬੋਧੀਆਂ 'ਚ ਕਿੰਨੇ ਪਸਾਰੇ ਆਏ, ਕਿੰਨੇ ਗਏ। ਅੱਜ ਫਿਰ ਬੋਧੀਆਂ ਦਾ ਬੋਲਬਾਲਾ ਦੁਬਾਰਾ ਹੋ ਰਿਹਾ ਹੈ। ਐਟਲਾਂਟਿਕ ਸਾਈਡ ਤੇ ਚਲੇ ਜਾਓ, ਤੁਹਾਨੂੰ ਵੱਡੇ ਵੱਡੇ ਬੋਧੀ ਟੈਂਪਲ ਮਿਲਣਗੇ। ਤੁਸੀਂ ਕਹੋਗੇ ਕਿਹਨਾਂ ਨੇ ਬਣਾਏ ਨੇ? ਚਾਈਨੀਜ਼ ਨੇ ਆ ਕੇ ਬਣਾਏ ਨੇ। ਇੱਥੇ ਥਾਈ ਬੋਧੀਜ਼ ਆਏ ਸੀ, ਜੈਪਨੀਜ਼ ਬੋਧੀਜ਼ ਆਏ ਸੀ ਨਾ, ਗੋਰੇ ਬਣਾ ਰਹੇ। ਇੱਕ ਨਵਾਂ ਜਿਹੜਾ ਰੂਪ ਆ ਰਿਹਾ ਇੱਥੇ, ਮਾਈਂਡਫੁਲਨੈਸ ਦੇ ਕੋਰਸਸ ਯੂਨੀਵਰਸਿਟੀਜ਼ ਕਰਾ ਰਹੀਆਂ ਨੇ, ਬੋਧੀਆਂ ਦੀਆਂ ਚੇਅਰਾਂ ਲੱਗ ਰਹੀਆਂ ਨੇ। ਸੋ ਇਨ ਬਿਨ ਸਿੱਖੀ ਦਾ ਜਿਵੇਂ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹਦੀ ਬਾਤ ਸੰਸਾਰ ਵਿੱਚ ਹੋਰ ਪਸਰੇਗੀ, ਯਕੀਨਨ ਤੌਰ ਤੇ ਸੰਸਾਰ ਵਾਪਸ ਪਰਤੇਗਾ ਕਿ ਇਹੋ ਜਿਹਾ ਸਕੂਲ ਆਫ ਥਾਟ ਵੀ ਐਗਜ਼ਿਸਟ ਕਰਦਾ ਹੈ ਕਿਤੇ। ਸੋ ਜਿਨੇ ਯੁੱਗ ਪੁਰਸ਼ ਦੇ ਰੂਪ ਵਿੱਚ ਆਮਦ ਲਈ ਹੈ, ਕਵੀ ਜੀ ਬਿਆਨ ਕਰਦੇ, ਬ੍ਰਾਹਮਣ ਕਹਿੰਦਾ ਕਾਲੂ, ਬ੍ਰਾਹਮਣ ਬਾਬਾ ਕਾਲੂ ਨੂੰ ਕਹਿੰਦਾ ਬਾਬਾ ਕਾਲੂ ਮੈਂ ਐਵੇਂ ਨਾਂ ਨਹੀਂ ਸੁਜੈਸਟ ਕਰ ਸਕਦਾ। ਸੁਨ ਕਾਲੂ ਇਸ ਨਾਮ ਅਪਾਰਾ ਹਉ ਰਾਖੋਂ ਕਰ ਸੋਧ ਵਿਚਾਰਾ। ਅਬ ਨਿਜ ਕੁਲ ਕੀ ਕੀਜਹਿ ਚਾਲੀ ਜੋ ਜੱਚ ਹੈ ਤੇ ਭੇਜ ਨਾ ਖਾਲੀ। ਕਹਿੰਦੇ ਨੇ ਇਹ ਸਾਰਾ ਕੁਝ ਕਹਿੰਦਾ ਹੋਇਆ ਦੁਜ ਇੱਥੋਂ ਵਿਦਾ ਹੋ ਗਿਆ ਤੇ ਕਿਹਾ ਜੋ ਵੀ ਯਾਚਕ ਲੈ ਘਰ ਆਵੇਗਾ ਤੇਰੇ ਕਾਲੂ ਉਹਨੂੰ ਖਾਲੀ ਨਾ ਤੋਰੀ। ਇਸ ਕਿਸਮ ਦੀ ਬਾਤ ਬ੍ਰਾਹਮਣ ਨੇ ਬਾਬਾ ਕਾਲੂ ਜੀ ਨੂੰ ਬਿਆਨ ਕੀਤੀ। ਅੱਜ ਦਾ ਦਿੱਤਾ ਹੋਇਆ ਸਮਾਂ ਇੱਥੇ ਸਮਾਪਤ ਹੋ ਰਿਹਾ ਹੈ। ਅਸੀਂ ਅੱਜ ਦੀ ਵਿਚਾਰ ਨੂੰ ਇੱਥੇ ਵਿਰਾਮ ਕਰਦੇ ਹਾਂ। ਆਉਂਦੇ ਕੱਲ ਇਸ ਤੋਂ ਅੱਗੇ ਅਸੀਂ ਸਾਖੀ ਦੀ ਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਆਪ ਸਮੂਹ ਸੰਗਤ ਦਾ ਸਰਵਨ ਕਰਨ ਲਈ ਧੰਨਵਾਦ। ਆਖਰੀ ਪੰਕਤੀਆਂ ਭਾਈ ਸਾਹਿਬ ਪੜ੍ਹ ਦਿੰਦੇ ਨੇ, ਫਿਰ ਨਾਲ ਹੀ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਸੁਨ ਕਾਲੂ ਇਸ ਨਾਮ ਅਪਾਰਾ ਹਉ ਰਾਖੋ ਕਰ ਸੋਧ ਵਿਚਾਰਾ। ਅਬ ਨਿਜ ਕੁਲ ਕੀ ਕੀਜਹਿ ਚਾਲੀ ਜੋ ਜੱਚ ਹੈ ਤੇ ਭੇਜ ਨਾ ਖਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਤੇ ਨਵਾਜੀ ਗਰੀਬ ਨਵਾਜ।